ਮੈਂ ਸੁਖਵਿੰਦਰ ਸਿੰਘ ਫਿਟ ਇੰਸਟਰਕਟਰ ਗੌਰਮੈਂਟ ਆਈਟੀ ਬਰਨਾਲਾ ਅੱਜ ਤੁਹਾਡੇ ਲਈ ਮੈਟਾਲੋਜੀ ਉੱਪਰ ਇੱਕ ਚੈਪਟਰ ਹੈ ਜਿਹੜਾ ਆਪਣਾ ਉਹ ਲੈ ਕੇ ਆਏ ਹਾਂ, ਜਿਸ ਦੇ ਵਿੱਚ ਆਪਾਂ ਅੱਜ ਜੋ ਕਵਰ ਕਰਾਂਗੇ ਉਹ ਹੈਗਾ ਪਿਗ ਆਇਰਨ, ਜਿਹੜਾ ਕੱਚਾ ਲੋਹਾ ਹੁੰਦਾ, ਕਾਸਟ ਆਇਰਨ, ਰੌਟ ਆਇਰਨ, ਸਟੀਲ ਦੀਆਂ ਟਾਈਪਸ ਅਤੇ ਉਸ ਦੀਆਂ ਪ੍ਰੋਪਰਟੀਜ਼ ਅਤੇ ਨਾਨ ਫੈਰਸ ਮੈਟਲ ਦੀਆਂ ਪ੍ਰੋਪਰਟੀਜ਼ ਅਤੇ ਯੂਜ਼ਿਸ। ਨਾਨ ਫੈਰਸ ਮੈਟਲ ਜਿਵੇਂ ਜਿਨ੍ਹਾਂ ਵਿੱਚ ਲੋਹਾ ਨਹੀਂ ਹੁੰਦਾ, ਜਿਵੇਂ ਐਲੂਮੀਨੀਅਮ, ਤਾਂਬਾ, ਬਰਾਸ, ਉਹਨਾਂ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਫੈਰਸ ਮੈਟਲ ਦੀ, ਲੋਹ ਧਾਤ ਦੀ। ਵੀ ਫੈਰਸ ਮੈਟਲ ਕੀ ਹੁੰਦਾ ਹੈ? ਫੈਰਸ ਮੈਟਲ ਸਧਾਰਨ ਲੋਹ ਅਤੇ ਉਸ ਦੇ ਪ੍ਰਯੋਗ ਹੇਠ ਅਨੁਸਾਰ ਕੀਤੇ ਜਾਂਦੇ ਹਨ। ਜਿਨ੍ਹਾਂ ਵਿੱਚ ਮੁੱਖ ਧਾਤ ਲੋਹਾ ਹੁੰਦੀ ਹੈ ਉਹਨਾਂ ਨੂੰ ਫੈਰਸ ਮੈਟਲ ਕਹਿੰਦੇ ਹਨ। ਜਿਨ੍ਹਾਂ ਵਿੱਚ ਮੁੱਖ ਧਾਤ ਲੋਹਾ ਹੁੰਦੀ ਹੈ ਉਹਨਾਂ ਨੂੰ ਫੈਰਸ ਮੈਟਲ ਕਹਿੰਦੇ ਹਨ। ਜਿਵੇਂ ਕੱਚਾ ਲੋਹਾ, ਪਿਗ ਆਇਰਨ, ਢਲਮਾ ਲੋਹਾ, ਕਾਸਟ ਆਇਰਨ, ਪਿਟਵਾ ਲੋਹਾ, ਰੌਟ ਆਇਰਨ, ਇਸਪਾਤ ਅਤੇ ਇਸਪਾਤ, ਸਟੀਲ ਅਤੇ ਸਟੀਲ ਅਲੋਏ, ਸਟੀਲ ਅਤੇ ਉਹਦੇ ਅਲੋਏ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਲੋਹਾ ਅਤੇ ਸਟੀਲ ਦੇ ਉਤਪੰਨ ਕਰਨ ਦੀਆਂ ਕਈ ਵਿਧੀਆਂ ਹਨ। ਲੋਹ ਧਾਤ ਆਇਰਨ ਔਰ ਦਾ ਰਸਾਇਣਿਕ ਵਿਘਟਨ ਕੈਮੀਕਲ ਰਿਡਕਸ਼ਨ ਕਰਕੇ ਕੱਚਾ ਲੋਹਾ ਪ੍ਰਾਪਤ ਕੀਤਾ ਜਾ ਸਕਦਾ ਹੈ। ਲੋਹਾ ਧਾਤ ਦਾ ਰਿਡਕਸ਼ਨ ਕਰਕੇ ਕੱਚਾ ਲੋਹਾ ਪ੍ਰਾਪਤ ਕਰਨ ਦੀ ਵਿਧੀ ਨੂੰ ਸਮੈਲਟਿੰਗ ਕਹਿੰਦੇ ਹਨ। ਜਿਹੜਾ ਲੋਹਾ ਹੁੰਦਾ ਆਪਾਂ ਨੂੰ ਇੱਕ ਆਇਰਨ ਔਰ ਲੋਹ ਧਾਤ ਦੇ ਵਿੱਚ ਮਿਲਦਾ, ਇਹਦੇ ਵਿੱਚ ਬਹੁਤ ਕੁਝ ਮਿਕਸ ਹੁੰਦਾ, ਜਿਵੇਂ ਮਿੱਟੀ, ਰੇਤਾ, ਮੈਗਨੀਸ਼ੀਅਮ, ਸਲਫਰ, ਕਾਪਰ, ਪਤਾ ਨਹੀਂ ਕੀ ਕੁਛ ਇੰਪਿਓਰਟੀ ਮਿਕਸ ਹੁੰਦੀਆਂ ਨੇ। ਉਹਦੇ ਵਿੱਚੋਂ ਆਪਾਂ ਨੇ ਪਿਓਰ ਲੋਹਾ ਜਿਹੜਾ ਉਹ ਕੱਢਣਾ ਹੁੰਦਾ। ਉਹ ਪਿਓਰ ਲੋਹਾ ਕੱਢਣਾ ਕਿਵੇਂ ਕੱਢਣਾ? ਆਪਾਂ ਨੇ ਕੈਮੀਕਲ ਰਿਡਕਸ਼ਨ ਕਰਕੇ। ਕੈਮੀਕਲ ਰਿਡਕਸ਼ਨ ਆਪਾਂ ਕਰਦੇ ਹਾਂ ਬਲਾਸਟ ਭੱਠੀ ਦੇ ਵਿੱਚ, ਜਿਹਦੇ ਬਾਰੇ ਆਪਾਂ ਅੱਗੇ ਡਿਸਕਸ ਕਰਾਂਗੇ। ਜਿਹੜਾ ਕੈਮੀਕਲ ਰਿਡਕਸ਼ਨ ਦਾ ਪ੍ਰੋਸੈਸ ਆ ਉਹਨੂੰ ਕਰਨ ਨੂੰ ਉਹਨੂੰ ਕਹਿੰਦੇ ਆ ਸਮੈਲਟਿੰਗ। ਇਹ ਇੱਕ ਪੇਪਰ 'ਚ ਕਮਸਚਰ ਆਉਂਦਾ ਹੁੰਦਾ ਵੀ ਕੈਮੀਕਲ ਰਿਡਕਸ਼ਨ ਕਰਨ ਨੂੰ ਕੀ ਕਹਿੰਦੇ ਹਨ, ਤਾਂ ਕੀ ਕਹਿੰਦੇ ਨੇ? ਸਮੈਲਟਿੰਗ। ਇੱਕ ਕੱਚੀ ਧਾਤ ਤੋਂ ਜਿਹਦੇ ਵਿੱਚ ਬਹੁਤ ਕੁਝ ਮਿਕਸ ਹੈਗਾ, ਜਿਵੇਂ ਆਪਾਂ ਗੱਲ ਕਰੀਏ ਕੱਚੀ ਧਾਤ ਨਹੀਂ ਸਮਝ ਲੱਗੀ, ਜਿਵੇਂ ਤੂੜੀ ਦੇ ਵਿੱਚੋਂ ਪੇਪਰ ਬਣਾਉਣਾ। ਪੇਪਰ ਸਮਝ ਲਓ ਆਪਣਾ ਲੋਹਾ ਗਾ, ਤਾਂ ਤੂੜੀ ਨੂੰ ਆਪਾਂ ਕਿੰਨਾ ਕੁਛ ਕਰਨਾ ਪੈਂਦਾ, ਠੀਕ ਹੈ, ਉਹਦੀ ਰਿਡਕਸ਼ਨ ਕਰਨੀ ਪੈਂਦੀ ਹੈ, ਫਿਰ ਉਹਨੂੰ ਗਾਲਣਾ ਪੈਂਦਾ, ਫਿਰ ਜਾ ਕੇ ਕਿਤੇ ਜਿਹੜਾ ਹੈਗਾ ਉਹਦੇ ਵਿੱਚੋਂ ਪੇਪਰ ਬਣਦਾ ਗਾ। ਉਸੇ ਤਰ੍ਹਾਂ ਹੀ ਲੋਹਾ ਜਿਹੜਾ ਹੁੰਦਾ, ਲੋਹ ਧਾਤ ਹੁੰਦੀ ਆਇਰਨ ਔਰ, ਉਹ ਬਹੁਤ ਕਾਸੇ ਦੀ ਮਿਕਸਚਰ ਹੁੰਦੀ ਹੈ, ਜਿਵੇਂ ਰੇਤਾ ਹੋ ਗਿਆ, ਵਿੱਚ ਪੱਥਰ ਹੋ ਗਿਆ, ਮੈਗਨੀਸ਼ੀਅਮ, ਸਲਫਰ, ਸਿਲੀਕੋਨ, ਬਹੁਤ ਜ਼ਿਆਦਾ ਕੈਮੀਕਲ ਐਲੀਮੈਂਟ ਹੁੰਦੇ ਨੇ। ਤਾਂ ਉਹਨਾਂ ਦਾ ਕੈਮੀਕਲ ਰਿਡਕਸ਼ਨ ਕਰਕੇ ਉਹਨਾਂ ਨੂੰ ਅਲੱਗ ਕਰ ਦਿੱਤਾ ਜਾਂਦਾ ਅਤੇ ਉਸ ਦੇ ਵਿੱਚੋਂ ਜਿਹੜਾ ਕੱਚਾ ਲੋਹਾ, ਪਿਗ ਆਇਰਨ, ਉਹ ਪ੍ਰਾਪਤ ਕੀਤਾ ਜਾਂਦਾ। ਇਹ ਸਾਰੇ ਪ੍ਰੋਸੈਸ ਨੂੰ ਕਹਿੰਦੇ ਨੇ ਸਮੈਲਟਿੰਗ। ਤਾਂ ਸਭ ਤੋਂ ਪਹਿਲਾਂ ਆ ਜਾਂਦਾ ਕੱਚਾ ਲੋਹਾ। ਕੱਚਾ ਲੋਹਾ ਇੱਕ ਘਟੀਆ ਪ੍ਰਕਾਰ ਦਾ ਲੋਹਾ ਹੁੰਦਾ ਹੈ ਜਿਸ ਵਿੱਚ ਜ਼ਿਆਦਾਤਰ ਅਸ਼ੁੱਧੀਆਂ ਹੁੰਦੀਆਂ ਹਨ। ਇਸ ਨੂੰ ਸਿੱਧਾ ਕਿਸੇ ਵੀ ਕੰਮ ਲਈ ਪ੍ਰਯੋਗ ਨਹੀਂ ਕੀਤਾ ਜਾ ਸਕਦਾ। ਇਹ ਕਮਜ਼ੋਰ ਅਤੇ ਭੁਰਭੁਰਾ ਹੁੰਦਾ ਹੈ। ਕੱਚੇ ਲੋਹੇ ਵਿੱਚ 93% ਲੋਹਾ, 4% ਕਾਰਬਨ ਅਤੇ ਸਲਫਰ ਅਤੇ ਮੈਗਨੀਜ਼, ਇਹ ਸਪੈਲਿੰਗ ਨਾਲ ਲਿਖੇ ਹੋਏ ਨੇ, ਸਲਫਰ ਅਤੇ ਮੈਗਨੀਜ਼, ਫਾਸਫੋਰ ਅਤੇ ਸਿਲੀਕਨ ਆਦਿ ਸਮੱਗਰੀ ਪਾਈ ਜਾਂਦੀ ਹੈ। ਕੱਚਾ ਕੋਲਾ ਬਣਾਉਣ ਦੇ ਲਈ ਕੱਚਾ ਮਾਲ ਪ੍ਰਯੋਗ ਕੀਤਾ ਜਾਂਦਾ ਹੈ, ਜਿਹੜਾ ਨਿਮਨਲਿਖਤ ਹੈ। ਇਹ ਵਾਲਾ ਆਪਾਂ ਡਿਸਕਸ ਕਰਦੇ ਹਾਂ। ਤਾਂ ਪਿਗ ਆਇਰਨ ਕੀ ਇੱਕ ਘਟੀਆ ਪ੍ਰਕਾਰ ਦਾ ਲੋਹਾ। ਸਭ ਤੋਂ ਪਹਿਲਾਂ ਜਦੋਂ ਆਪਾਂ ਆਇਰਨ ਔਰ 'ਚੋਂ ਲੋਹਾ ਕੱਢਦੇ ਹਾਂ ਤਾਂ ਉਹ ਪਿਗ ਆਇਰਨ ਬਣਦਾ ਗਾ। ਉਹ 'ਚ 93% ਲੋਹਾ ਹੁੰਦਾ, 4% ਕਾਰਬਨ ਹੁੰਦੀ ਆ, ਬਾਕੀ ਉਹ ਸਲਫਰ, ਮੈਗਨੀਜ਼, ਫਾਸਫੋਰ, ਸਿਲੀਕੋਨ ਇਹ ਰਲਿਆ ਹੁੰਦਾ ਗਾ, ਠੀਕ ਹੈ। ਇਹ ਆਪਾਂ ਕੱਚੀ ਧਾਤ ਦੇ ਵਿੱਚੋਂ ਕੱਚਾ ਲੋਹਾ ਜਿਹੜਾ ਕੱਢ ਲੈਂਦੇ ਹਾਂ। ਇਹ ਕਿਸੇ ਕੰਮ ਨਹੀਂ ਆਉਂਦਾ ਹੈਗਾ। ਇਹ ਤੋਂ ਬਾਅਦ ਇਹਦੇ ਵਿੱਚੋਂ ਆਪਾਂ ਕਾਸਟ ਆਇਰਨ, ਰੌਟ ਆਇਰਨ ਉਹ ਬਣਾਉਣੇ ਹੈਗੇ। ਤਾਂ ਇਹਨੂੰ ਬਣਾਉਣ ਦੇ ਲਈ ਇਹ ਵਾਲੀ ਜਿਹੜੀ ਸਮੱਗਰੀ ਆ ਉਹਦੀ ਵਰਤੋਂ ਕੀਤੀ ਜਾਂਦੀ। ਸਭ ਤੋਂ ਪਹਿਲਾਂ ਹੁੰਦਾ ਕੋਕ। ਕੋਕ ਕੀ ਹੁੰਦਾ? ਇੱਕ ਤਰ੍ਹਾਂ ਦਾ ਕੋਲਾ ਹੀ ਹੁੰਦਾ, ਪੀਸਿਆ ਹੋਇਆ ਹੁੰਦਾ, ਪਾਊਡਰ ਫਾਰਮ ਦੇ ਵਿੱਚ ਹੁੰਦਾ। ਪੀਸੇ ਹੋਏ ਕੋਲੇ ਨੂੰ ਆਪਾਂ ਕੋਕ ਕਹਿ ਦਿੰਦੇ ਹਾਂ, ਜਿਹੜਾ ਕਿ ਕਾਰਬਨ ਦਾ ਇੱਕ ਸ਼ੁੱਧ ਰੂਪ ਹੁੰਦਾ। 99% ਜਿਹਦੇ 'ਚ ਕਾਰਬਨ ਹੁੰਦੀ ਹੈ ਪਿਓਰ। ਕੋਲੇ 'ਚ ਬਹੁਤ ਜ਼ਿਆਦਾ ਕਾਰਬਨ ਹੁੰਦੀ ਹੈ, ਤਾਂ ਕੋਕ 'ਚ 99% ਕਾਰਬਨ ਹੁੰਦੀ ਹੈ। ਇਹ ਪਾਊਡਰ ਫਾਰਮ 'ਚ ਹੁੰਦਾ। ਫਿਰ ਆਪਾਂ ਵਰਤਦੇ ਹਾਂ ਇੱਕ ਫਲਕਸ। ਫਲਕਸ ਕੀ ਹੁੰਦੀ ਹੈ? ਜਿਹੜੀ ਕਿ ਅਸ਼ੁੱਧੀਆਂ ਨੂੰ ਕਲੈਕਟ ਕਰਦੀ ਹੈ, ਇਕੱਠਾ ਕਰਦੀ ਹੈ, ਆਪਸ ਵਿੱਚ ਮਿਕਸ ਕਰਕੇ, ਅਤੇ ਹਲਕੀ ਹੁੰਦੀ ਹੈ ਅਤੇ ਪਿਘਲੇ ਹੋਏ ਲੋਹੇ ਦੇ ਉੱਪਰ ਤੈਰਦੀ ਰਹਿੰਦੀ ਹੈ, ਜਿੱਥੋਂ ਉਹਨੂੰ ਆਪਾਂ ਉਤਾਰ ਲੈਂਦੇ ਹਾਂ, ਨਾਲ ਹੀ ਆਪਣੀਆਂ ਅਸ਼ੁੱਧੀਆਂ ਉਤਰ ਜਾਂਦੀਆਂ ਨੇ। ਫਿਰ ਆਏ ਤੀਜਾ ਆ ਜਾਂਦਾ ਲੋਹ ਧਾਤ, ਜਿਹਦੇ ਵਿੱਚੋਂ ਆਪਾਂ ਨੇ ਲੋਹਾ ਕੱਢਣਾ। ਇਹ ਲੋਹ ਧਾਤ ਆਪਾਂ ਨੂੰ ਬਹੁਤ ਸਾਰੀਆਂ ਸਟੇਟਾਂ 'ਚੋਂ ਮਿਲਦੀ ਹੈ। ਉੜੀਸਾ 'ਚੋਂ ਮਿਲਦੀ ਹੈ, ਬਿਹਾਰ 'ਚੋਂ ਮਿਲਦੀ ਹੈ, ਚੇਨਈ 'ਚੋਂ ਮਿਲਦੀ ਹੈ,
ਤਮਿਲਨਾਡੂ ਚੋਂ, ਠੀਕ ਹੈ, ਕਈ ਸਾਰੀਆਂ ਸਟੇਟਾਂ ਨੇ ਜਿੱਥੋਂ ਆਪਾਂ ਨੂੰ ਇਹ ਕੱਚੀ ਧਾਤ ਮਿਲਦੀ ਹੈ। ਅਲੱਗ-ਅਲੱਗ ਪ੍ਰਕਾਰ ਦੀਆਂ ਇਹਨਾਂ ਦੀਆਂ ਕੱਚੀ ਧਾਤਾਂ ਹੁੰਦੀਆਂ ਨੇ, ਉਹ ਵੀ ਆਪਾਂ ਅੱਗੇ ਡਿਸਕਸ ਕਰਾਂਗੇ। ਤਾਂ ਕੋਕ ਕੀ ਹੁੰਦਾ? ਕੋਕ ਦਾ ਪ੍ਰਯੋਗ ਚਾਈ ਕਿਰਿਆ ਰਿਡਕਸ਼ਨ ਐਕਸ਼ਨ ਕਰਨ ਦੇ ਲਈ ਊਸ਼ਮ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ। ਊਸ਼ਮਾ ਮਤਲਬ ਹੀਟ ਪ੍ਰਦਾਨ ਕਰਦਾ। ਇੱਕ ਤਾਂ ਕੋਕ ਆ ਜਿਹੜਾ ਉਹ ਹੀਟ ਪ੍ਰਦਾਨ ਕਰਦਾ, ਜਦੋਂ ਆਪਾਂ ਨੂੰ ਭੱਠੀ ਦੇ ਵਿੱਚ ਪਾਉਂਦੇ ਆ, ਇਹ ਹੀਟ ਪ੍ਰਦਾਨ ਕਰਦਾ ਆਪਾਂ ਨੂੰ। ਦੂਜਾ ਕੰਮ ਕੀ ਕਰਦਾ? ਕਾਰਬਨ ਮੋਨੋਆਕਸਾਈਡ ਦੇ ਰੂਪ ਵਿੱਚ ਕੋਕ ਕਾਰਬਨ ਲੋਹ ਅਕਸ ਦਾ ਉਹ ਮਿਲ ਕੇ ਉਸ ਨੂੰ ਲੋਹੇ ਵਿੱਚ ਪਰਿਵਰਤਿਤ ਕਰ ਦਿੱਤਾ ਜਾਂਦਾ ਹੈ, ਕੀਤਾ ਜਾਂਦਾ ਹੈ। ਜਿਹੜੀ ਇਹਦੇ ਵਿੱਚ ਕਾਰਬਨ ਹੁੰਦੀ ਆ, ਜਿਹੜੀ ਕੱਚੀ ਧਾਤ ਹੁੰਦੀ ਆ, ਉਹ ਹੁੰਦੀ ਆ ਫੈਰਿਕ ਆਕਸਾਈਡ, Fe2O, ਫੈਰਿਕ ਆਕਸਾਈਡ। ਜਦੋਂ ਕਾਰਬਨ ਉਹਦੇ ਨਾਲ ਮਿਲਦੀ ਹੈ, ਕਾਰਬਨ ਕਿੱਥੋਂ ਮਿਲਦੀ ਹੈ? ਕੋਕ ਦੇ ਵਿੱਚੋਂ। ਤਾਂ ਕੀ ਹੁੰਦਾ? ਲੋਹਾ ਅੱਡ ਹੋ ਜਾਂਦਾ ਅਤੇ ਕਾਰਬਨ ਮੋਨੋਆਕਸਾਈਡ ਗੈਸ ਆ ਜਿਹੜੀ ਇਹ ਆਪਾਂ ਕਰਿਆ ਕਾਰਬਨ ਮੋਨੋਆਕਸਾਈਡ ਦੇ ਰੂਪ ਵਿੱਚ ਕੋਕ ਕਾਰਬਨ ਲੋਹ ਅਕਸ ਤੋਂ ਮਿਲ ਕੇ ਉਸ ਨੂੰ ਲੋਹੇ ਵਿੱਚ ਪਰਿਵਰਤਿਤ ਕਰ ਦਿੰਦੀ ਹੈ। ਤਾਂ ਕਾਰਬਨ ਮੋਨੋਆਕਸਾਈਡ ਗੈਸ ਜਿਹੜੀ ਉਹ ਅਲੱਗ ਹੋ ਜਾਂਦੀ ਹੈ, ਕਾਰਬਨ ਆਕਸੀਜਨ ਨਾਲ ਮਿਲ ਕੇ ਕਾਰਬਨ ਮੋਨੋਆਕਸਾਈਡ ਬਣਾ ਦਿੰਦੀ ਹੈ, ਅਤੇ ਆਇਰਨ ਲੋਹਾ ਆਪਾਂ ਨੂੰ ਅਲੱਗ ਮਿਲ ਜਾਂਦਾ, ਅਲੱਗ ਕਰ ਲੈਂਦੀ ਹੈ। ਉਸ ਤੋਂ ਬਾਅਦ ਇਹਦਾ ਫਲਕਸ। ਬਲਾਸਟ ਫਰਨਸ ਵਿੱਚ ਪ੍ਰਯੋਗ ਕੀਤੇ ਜਾਣ ਵਾਲਾ ਉਹ ਖਣਿਜ ਪਦਾਰਥ ਹੈ ਜੋ ਅਕਸ਼ ਦਾ ਗਲਨਾਕ ਘਟਾਉਂਦਾ ਹੈ। ਇੱਕ ਤਾਂ ਜਿਹੜੀ ਫਲਕਸ ਹੈਗੀ, ਉਹ ਜਿਹੜਾ ਕੱਚੀ ਧਾਤ ਆਪਾਂ ਪਾਈ ਹੈ ਜਿਸ 'ਚੋਂ ਆਪਾਂ ਲੋਹਾ ਪ੍ਰਾਪਤ ਕਰਨਾ, ਆਇਰਨ ਔਰ, ਉਹਦਾ ਮੈਲਟਿੰਗ ਪੁਆਇੰਟ ਆ ਜਿਹੜਾ ਗਲਨਾਕ ਹੈਗਾ, ਮੈਲਟਿੰਗ ਪੁਆਇੰਟ ਜਿੱਥੇ ਪਿਘਲਦਾ, ਉਹ ਘਟਾ ਦਿੰਦਾ। ਦੂਸਰਾ ਹੀ ਕਰਦਾ, ਉਹ ਅਕਸ਼ ਦੇ ਅਧਾਤਵਿਕ ਅੰਸ਼ਾਂ ਨੂੰ ਪਿਘਲੀ ਰਾਖ ਦੇ ਰੂਪ ਵਿੱਚ ਬਾਹਰ ਕੱਢ ਦਿੰਦਾ ਹੈ। ਮਤਲਬ ਜਿਹੜੇ ਅਸ਼ੁੱਧੀਆਂ ਨੇ ਉਹ ਇਹਦੇ ਵਿੱਚ ਮਿਕਸ ਹੋ ਜਾਂਦੀਆਂ ਨੇ ਫਲਕਸ ਦੇ ਵਿੱਚ, ਠੀਕ ਹੈ, ਅਤੇ ਉਹ ਉੱਤੇ ਤੈਰਨ ਲੱਗ ਜਾਂਦੇ ਪਿਘਲੇ ਹੋਏ ਲੋਹੇ ਦੇ ਉੱਪਰ, ਕਿਉਂਕਿ ਹਲਕੀਆਂ ਹੁੰਦੀਆਂ ਨੇ। ਤਾਂ ਉੱਥੋਂ ਆਪਾਂ ਨੂੰ ਫਲਕਸ ਨੂੰ ਆਪਾਂ ਕੱਢ ਲੈਂਦੇ ਹਾਂ ਅਤੇ ਆਪਣਾ ਜਿਹੜਾ ਪਿਓਰ ਲੋਹਾ ਹੈਗਾ ਪਿਘ ਆਇਰਨ ਉਹ ਨੀਚੇ ਬਚ ਜਾਂਦਾ। ਬਲਾਸਟ ਭੱਠੀ ਵਿੱਚ ਆਮ ਤੌਰ 'ਤੇ ਲਾਈਮਸਟੋਨ ਫਲਕਸ ਪਾਈ ਦਾ ਸਭ ਤੋਂ ਵੱਧ ਪ੍ਰਯੋਗ ਕੀਤਾ ਜਾਂਦਾ ਹੈ। ਅਤੇ ਇਹ ਵੀ ਕੁਐਸਚਨ ਬਣਦਾ ਵੀ ਕਿਹੜੀ ਫਲਕਸ ਵਰਤੀ ਜਾਂਦੀ ਹੈ? ਉਹ ਹੈਗੀ ਲਾਈਮਸਟੋਨ ਫਲਕਸ। ਇਹ ਹੈਗਾ ਤੁਹਾਡੇ ਲੋਹੇ ਦੀਆਂ, ਕੱਚੇ ਲੋਹੇ ਦੀਆਂ ਧਾਤਾਂ, ਆਇਰਨ ਔਰ ਜਿਹਨੂੰ ਕਹਿੰਦੇ ਆ, ਮੈਗਨੇਟਾਈਟ, ਹੈਮੇਟਾਈਟ, ਲਿਮੋਨਾਈਟ, ਕਾਰਬੋਨਾਈਟ। ਇਹ 4 ਤਰ੍ਹਾਂ ਦੇ ਆਇਰਨ ਔਰ ਨੇ ਇਹ ਵਾਲੇ, ਜਿਹੜੇ ਕਿ ਅਲੱਗ-ਅਲੱਗ ਸਟੇਟਾਂ ਵਿੱਚ ਪਾਏ ਜਾਂਦੇ ਨੇ। ਇੱਥੋਂ ਆਪਾਂ ਜਿਹੜਾ ਹੈਗਾ ਪਿਗ ਆਇਰਨ ਪ੍ਰਾਪਤ ਕਰਦੇ ਇਹਨਾਂ ਚਾਰਾਂ ਤੋਂ। ਇਹਨਾਂ ਚਾਰਾਂ ਵਿੱਚ ਅਲੱਗ-ਅਲੱਗ ਪਰਸੈਂਟੇਜ ਆਫ ਕਾਰਬਨ ਹੁੰਦੀ ਹੈ, ਕਿਸੇ ਵਿੱਚ 40%, ਕਿਸੇ 'ਚ 50, ਕਿਸੇ 'ਚ 70, ਕਿਸੇ 'ਚ 90, ਠੀਕ ਹੈ। ਉਹ ਆਪਾਂ ਜ਼ਿਆਦਾ ਡਿਟੇਲ ਵਿੱਚ ਨਹੀਂ ਗਏ, ਤਾਂ ਤੁਸੀਂ ਸਿਰਫ ਇੰਨਾ ਯਾਦ ਰੱਖਣਾ ਵੀ ਕਿਹੜੀਆਂ-ਕਿਹੜੀਆਂ ਧਾਤਾਂ ਹੁੰਦੀਆਂ ਨੇ। ਜੇ ਪੜ੍ਹ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਆ, ਵੀ ਕਿੰਨੇ ਪਰਸੈਂਟ ਆ ਜਿਹੜੀ ਇਹਨਾਂ ਵਿੱਚ ਕਾਰਬਨ ਹੁੰਦੀ ਆ, ਉਹ ਪਰ ਆਪਾਂ ਇੱਥੇ ਡਿਸਕਸ ਨਹੀਂ ਕੀਤਾ। ਇਹ ਸਾਰੇ ਲੋਹ ਆਇਰਨ ਔਰ ਲੋਹ ਅਸ਼ਕ ਵਿੱਚ ਹਰੇਕ ਅਨੁਪਾਤ ਵਿੱਚ ਲੋਹਾ ਹੁੰਦਾ ਹੈ ਅਤੇ ਉਹ ਪ੍ਰਤੀਕ ਰੂਪ ਵਿੱਚ ਉਪਲਬਧ ਹੁੰਦਾ ਹੈ। ਇਹਨਾਂ ਵਿੱਚ ਲੋਹਾ ਹੁੰਦਾ ਕਿਸੇ 'ਚ 40%, ਜਿਵੇਂ ਪਹਿਲੀ ਗੱਲ ਕਰੀਏ, ਕਿਸੇ 'ਚ 60, ਕਿਸੇ 'ਚ 70, ਐਵੇਂ। ਤਾਂ ਲੋਹ ਅਸ਼ਕ ਕੀ ਹੁੰਦੀ ਹੈ? ਆਇਰਨ ਔਰ ਕਿਹਨੂੰ ਕਹਿੰਦੇ ਨੇ? ਆਇਰਨ ਔਰ ਸਫੇਦ ਖਾਨਾ ਅਤੇ ਖਣਜਾਂ ਦੇ ਰੂਪ ਵਿੱਚ ਉਪਲਬਧ ਹੁੰਦਾ ਹੈ। ਇੱਕ ਖਾਨਾ 'ਚੋਂ ਮਿਲਦੇ, ਜਿਵੇਂ ਕੋਲਾ ਮਿਲਦਾ, ਉਵੇਂ ਲੋਹੇ ਦੀਆਂ ਵੀ ਖਾਨਾਂ ਹੁੰਦੀਆਂ ਨੇ, ਉੱਥੋਂ ਮਿਲਦਾ ਇਹ, ਜਿਸ ਵਿੱਚ ਬਹੁਤ ਸਾਰੀਆਂ ਅਸ਼ੁੱਧੀਆਂ ਰਲੀਆਂ ਹੁੰਦੀਆਂ ਹਨ। ਇਸ ਅਸ਼ੁੱਧ ਲੋਹੇ ਨੂੰ ਲੋਹ ਅਸ਼ਕ ਕਹਿੰਦੇ ਹਨ। ਜਿਹੜਾ ਇਹ ਸ਼ੁੱਧ ਲੋਹਾ ਹੁੰਦਾ ਅਸ਼ੁੱਧੀਆਂ ਨਾਲ ਮਿਲਿਆ ਹੋਇਆ, ਉਹਨੂੰ ਕਹਿੰਦੇ ਲੋਹ ਅਸ਼ਕ, ਆਇਰਨ ਔਰ। ਸਮਾਨਤਾ ਲੋਹਾ ਅਸ਼ਕ ਵਿੱਚ 40 ਤੋਂ 70% ਤੱਕ ਲੋਹਾ ਅਤੇ ਬਾਕੀ ਸਾਰੀਆਂ ਅਸ਼ੁੱਧੀਆਂ ਹੁੰਦੀਆਂ ਹਨ। ਇਹਨਾਂ ਨੂੰ ਸ਼ੁੱਧ ਕਰਕੇ ਸ਼ੁੱਧ ਲੋਹਾ ਪ੍ਰਾਪਤ ਕੀਤਾ ਜਾਂਦਾ ਹੈ। ਲੋਹ ਅਸ਼ਕ ਵਿੱਚ ਲੋਹੇ ਦੀ ਮਾਤਰਾ ਦੇ ਅਨੁਸਾਰ ਇਹਨਾਂ ਨੂੰ ਵਰਗਾਂ ਵਿੱਚ ਵੰਡਿਆ ਗਿਆ ਹੈ, ਜਿਹੜੇ ਆਪਾਂ ਇਹ ਵੰਡੇ ਆ, ਮੈਗਨੇਟਾਈਟ, ਹੈਮੇਟਾਈਟ, ਲਿਮੋਨਾਈਟ ਅਤੇ ਕਾਰਬੋਨੇਟ। ਕਿਉਂਕਿ ਇਹਨਾਂ 'ਚ ਅਲੱਗ-ਅਲੱਗ ਪਰਸੈਂਟੇਜ ਆਫ ਆਇਰਨ ਹੁੰਦੀ ਆ, ਅਲੱਗ-ਅਲੱਗ ਪਰਸੈਂਟੇਜ ਆਫ ਆਇਰਨ ਹੁੰਦੀ ਇਹਨਾਂ ਵਿੱਚ। ਉਹ ਤੁਸੀਂ ਆਪਦੀ ਬੁੱਕ ਵਿੱਚ ਡਿਟੇਲ 'ਚ ਪੜ੍ਹ ਸਕਦੇ ਹੋ, ਕਿੰਨੀ ਪਰਸੈਂਟੇਜ ਹੁੰਦੀ ਆ, ਮੈਗਨੇਟਾਈਟ 'ਚ ਕਿੰਨੀ ਹੁੰਦੀ ਹੈ, ਹੈਮੇਟਾਈਟ 'ਚ ਕਿੰਨੀ ਹੁੰਦੀ ਆ। ਉਸ ਤੋਂ ਬਾਅਦ ਆਉਂਦੀ ਆ ਬਲਾਸਟ ਫਰਨਸ, ਬਲਾਸਟ ਭੱਠੀ, ਜਿਹਦੇ ਵਿੱਚ ਆਪਾਂ ਕੱਚੀ ਧਾਤ ਤੋਂ ਲੋਹਾ ਪਿਗ ਆਇਰਨ ਪ੍ਰਾਪਤ ਕਰਦੇ ਹਾਂ। ਲੋਹ ਧਾਤ ਨੂੰ ਗਲਾ ਕੇ ਧਾਤ ਤੋਂ ਅਲੱਗ ਕਰਨ ਨੂੰ ਸਮੈਲਟਿੰਗ ਦੇ ਲਈ ਪ੍ਰਯੋਗ ਕੀਤੀ ਜਾਣ ਵਾਲੀ ਭੱਠੀ ਨੂੰ ਬਲਾਸਟ ਫਰਨਸ ਅਖਵਾਉਂਦੀ ਹੈ। ਇਸ ਦੁਆਰਾ ਪਿਗ ਆਇਰਨ ਪ੍ਰਾਪਤ ਹੁੰਦਾ ਹੈ, ਠੀਕ ਹੈ ਜੀ। ਪਿਗ ਆਇਰਨ ਪ੍ਰਾਪਤ ਕਰਨ ਲਈ ਆਪਾਂ ਕੈਮੀਕਲ ਰਿਡਕਸ਼ਨ ਕਰਦੇ ਹਾਂ, ਜਿਹਨੂੰ ਆਪਾਂ ਸਮੈਲਟਿੰਗ ਕਹਿੰਦੇ ਹਾਂ। ਇਸ 'ਚ ਆਪਾਂ ਕੱਚੀ ਧਾਤ ਨੂੰ ਪਾ ਕੇ ਉਸ ਨੂੰ ਪਿਘਲਾ ਕੇ ਉਸ 'ਚੋਂ ਪਿਗ ਆਇਰਨ ਕੱਢਦੇ ਹਾਂ। ਇਹ ਇਹਦੇ ਭੱਠੀ ਦੇ ਮੇਨ ਪਾਰਟ ਨੇ। ਅੱਗੇ ਤੁਹਾਨੂੰ ਦੱਸਦਾ ਵੀ ਕਿਵੇਂ ਇਹ ਭੱਠੀ ਕੰਮ ਕਰਦੀ ਹੈ। ਥਰੋਟ, ਸਟੈਕ, ਪੌਸ਼, ਹਰਥ, ਡਬਲ ਬੇਲ ਚਾਰਜਿੰਗ, ਮਤਲਬ ਡਬਲ ਬੈਲ ਚਾਰਜਿੰਗ ਮੈਕੈਨਿਜ਼ਮ, ਇਹ ਬਹੁਤ ਇੰਪੋਰਟੈਂਟ ਆ, ਜਿੱਥੋਂ ਦੀ ਆਪਾਂ ਮਟੀਰੀਅਲ ਪਾਉਣੇ ਆ, ਯਾਨੀ ਕਿ ਕੱਚਾ ਲੋਹਾ, ਕੋਕ ਅਤੇ ਲਾਈਮਸਟੋਨ
ਫਲਕਸ ਆ ਮਿਕਸ ਕਰਕੇ ਪਾਉਣੇ ਆ, ਉਹਨੂੰ ਕਹਿੰਦੇ ਨੇ ਡਬਲ ਬੈਲ ਮੈਕੈਨਿਜ਼ਮ। ਤੇ ਟੋਇਰਸ, ਇਹ ਵੀ ਪੇਪਰ ਵਿੱਚ ਬਹੁਤ ਕੁਐਸਚਨ ਹੁੰਦਾ ਜਿੱਥੋਂ ਦੀ ਗਰਮ ਹਵਾ ਐਂਟਰ ਕਰਦੀ ਹੈ। ਤਾਂ ਇਹ ਤੁਹਾਡੀ ਬਲਾਸਟ ਫਰਨਸ, ਠੀਕ ਆ। ਸਭ ਤੋਂ ਪਹਿਲਾਂ ਕੀ ਕਰਦੇ ਆਪਾਂ, ਇਸ ਤਰ੍ਹਾਂ ਇਹ ਇੱਕ ਹੋਸਟ ਲੱਗੀ ਹੋਈ ਆ, ਮਤਲਬ ਇਹ ਉੱਤੇ ਜਿਹੜਾ ਆਪਣਾ ਮਟੀਰੀਅਲ ਜਾਂਦਾ ਉੱਪਰ ਐਂਟਰ ਕਰਦਾ ਗਾ ਕਾਹਦੇ ਵਿੱਚ, ਬਲਾਸਟ ਭੱਠੀ 'ਚ। ਇੱਥੇ ਕੀ ਪਾਇਆ ਦੇਖੋ, ਲਾਈਮਸਟੋਨ, ਕੋਕ ਤੇ ਆਇਰਨ ਓਰ, ਇਹਨਾਂ ਨੂੰ ਮਿਕਸ ਕਰਕੇ ਇੱਥੋਂ ਤਿੰਨਾਂ ਨੂੰ ਜਿੰਨੀ ਮਾਤਰਾ 'ਚ ਲੋੜੀਂਦਾ ਹੈਗੇ ਆ ਤਿੰਨਾਂ ਨੂੰ ਮਿਕਸ ਕਰਕੇ ਆਪਾਂ ਇੱਥੋਂ ਹੋਸਟ ਦੀ ਮਦਦ ਨਾਲ ਆਪਾਂ ਜਿਹੜਾ ਡਬਲ ਬੈਲ ਮੈਕੈਨਿਜ਼ਮ ਬਣਿਆ, ਡਬਲ ਬੈਲ ਮਤਲਬ ਘੰਟੀ ਬਣੀ ਹੋਈ ਆ, ਦੇਖੋ ਘੰਟੀ ਸ਼ੇਪ ਬਣੀਆਂ ਨੇ ਦੋ, ਇਹਨੂੰ ਕਹਿੰਦੇ ਨੇ ਬੈਲ, ਕਿਉਂਕਿ ਘੰਟੀ ਸ਼ੇਪ ਆ ਤਾਂ ਦੋ ਬਣੀਆਂ ਨੇ ਤਾਂ ਡਬਲ ਬੈਲ ਕਹਿੰਦੇ ਨੇ। ਇੱਥੋਂ ਦੀ ਆਪਾਂ ਹੋਸਟ ਰਾਹੀਂ ਉੱਪਰ ਦੀ ਐਂਟਰ ਕਰਾਉਣੇ ਆ, ਮਤਲਬ ਇੱਥੇ ਐਂਟਰ ਕਰਾਉਣੇ ਆ। ਇੱਥੋਂ ਫਿਰ ਕੀ ਹੁੰਦਾ, ਇਹ ਕੋਕ, ਲਾਈਮਸਟੋਨ ਤੇ ਆਇਰਨ ਓਰ ਤਿੰਨੇ, ਮਤਲਬ ਜਿਹੜੀ ਧਾਤ ਆ ਜਿਸ ਤੋਂ ਆਪਾਂ ਲੋਹਾ ਕੱਢਣਾ, ਠੀਕ ਹੈ, ਕੋਕ ਕੋਲਾ ਮਿਕਸ ਕੀਤਾ ਹੋਇਆ ਪਾਊਡਰ ਫਾਰਮ 'ਚ ਤੇ ਲਾਈਮਸਟੋਨ ਫਲਕਸ, ਤਿੰਨਾਂ ਨੂੰ ਆਪਾਂ ਇੱਥੋਂ ਛੱਡਦੇ ਹਾਂ। ਤੇ ਇੱਥੇ ਟਰੋਇਰਸ ਲੱਗੇ ਹੋਏ, ਦੇਖੋ ਆਹ ਦੇਖ ਰਹੇ ਹੋ ਤੁਸੀਂ, ਇਹ ਟਰੋਇਰਸ ਨੇ, 12 ਤੋਂ 16 ਇਹਨਾਂ ਦੀ ਗਿਣਤੀ ਹੁੰਦੀ ਹੈ। ਇਹਨਾਂ 'ਚੋਂ ਗਰਮ ਹਵਾ ਜਾਂਦੀ ਆ ਤਕਰੀਬਨ 1600 ਤੋਂ 1700 ਡਿਗਰੀ ਸੈਲਸੀਅਸ ਤੱਕ, ਇਹ ਟਰੋਇਰਸ ਹੁੰਦੇ ਆ। ਜਦੋਂ ਗਰਮ ਹਵਾ ਜਾਂਦੀ ਹੈ, ਉੱਪਰੋਂ ਕੋਕ ਗਿਰ ਰਿਹਾ, ਮਿਕਸਚਰ ਗਿਰ ਰਿਹਾ ਗਾ, ਤਾਂ ਨਾਲੇ ਦਾ ਕੋਕ ਨੂੰ ਅੱਗ ਲੱਗ ਜਾਂਦੀ ਹੈ ਅਤੇ ਉਹ ਸਾਰੇ ਦਾ ਕੀ ਹੁੰਦਾ, ਲਿਕੁਇਡ ਬਣ ਜਾਂਦਾ ਇੱਕ ਤਰ੍ਹਾਂ ਦਾ। ਲਿਕੁਇਡ ਬਣ ਕੇ ਇਹ ਹਰਥ ਦੇ ਵਿੱਚ ਜਿਹੜਾ ਲੋਹਾ ਗਾ ਉਹ ਇਕੱਠਾ ਹੋ ਜਾਂਦਾ, ਕਿਉਂਕਿ ਲੋਹਾ ਭਾਰੀ ਹੁੰਦਾ ਅਤੇ ਉੱਪਰ ਫਲਕਸ ਜਿਹੜੀ ਉੱਪਰ ਤੈਰਨ ਲੱਗ ਜਾਂਦੀ। ਇੱਥੇ ਲਾਈਮਸਟੋਨ ਜਿਹੜਾ ਪਾਇਆ ਸੀ ਆਪਾਂ, ਉਹ ਉਹਦੇ ਸ਼ੁੱਧੀਆਂ ਉੱਪਰ ਤੈਰਨ ਲੱਗ ਜਾਂਦੇ ਨੇ। ਉਸ ਤੋਂ ਬਾਅਦ ਕੀ ਕਰਦੇ ਹਾਂ, ਇੱਥੋਂ ਆਪਾਂ ਮੋਲਟਨ ਸਟੈਗ ਨੂੰ ਹਟਾ ਲੈਂਦੇ ਹਾਂ, ਕੱਢ ਲੈਂਦੇ ਬਾਹਰ ਇੱਥੋਂ ਦੀ। ਅਤੇ ਉਸ ਤੋਂ ਬਾਅਦ ਜਿਹੜਾ ਟੈਪਿੰਗ ਹੋਲ ਹੈ, ਉੱਥੋਂ ਦੀ ਆਪਾਂ ਜਿਹੜਾ ਪਿਘਲਿਆ ਹੋਇਆ ਲੋਹਾ ਆਪਣਾ ਪਿਗ ਰਹਿਣਾ, ਉਹਨਾਂ ਨੂੰ ਕੱਢ ਲੈਂਦੇ ਹਾਂ। ਇਸ ਤਰ੍ਹਾਂ ਇਹ ਭੱਠੀ ਦੀ ਜਿਹੜੀ ਹੈਗੀ ਆ ਵਰਕਿੰਗ ਹੈਗੀ। ਜਿਵੇਂ ਜਿਵੇਂ ਉੱਪਰ ਨੂੰ ਜਾਈ ਜਾਂਦੇ ਉਵੇਂ ਉਵੇਂ ਜਿਹੜਾ ਟੈਂਪਰੇਚਰ ਆ ਉਹ ਘਟੀ ਜਾਂਦਾ, ਕਿਉਂਕਿ ਥੱਲੋਂ ਗਰਮ ਹਵਾ ਐਂਟਰ ਹੋ ਰਹੀ ਹੈ, ਠੀਕ ਹੈ। ਤਾਂ ਥੱਲੇ ਟੈਂਪਰੇਚਰ ਜ਼ਿਆਦਾ, ਜਿਵੇਂ 1900 ਡਿਗਰੀ ਸੈਲਸੀਅਸ ਇੱਥੇ 1300, ਇੱਥੇ 1000, ਇੱਥੇ 800, ਇੱਥੇ 200। ਇਸ 'ਚ ਕੁਐਸਚਨ ਕੀ ਆਉਂਦਾ ਪੇਪਰ ਵਿੱਚ, ਇਹ ਡਾਇਗਰਾਮ ਬਣੀ ਹੁੰਦੀ ਹੈ ਤਾਂ ਉਹ ਪੁੱਛਦੇ ਨੇ ਵੀ ਮੋਲਟਨ ਸਲੈਗ ਕਿਹੜੀ ਹੈ, ਜਿਵੇਂ ਐਕਸ ਲਿਖ ਦਿੰਦੇ ਨੇ, ਇੱਥੇ ਐਕਸ ਲਿਖਤਾ ਵੀ ਆ ਕੀ ਹੈ, ਆਪਾਂ ਨੂੰ ਦੱਸਣਾ ਹੁੰਦਾ ਇਹ ਮੋਲਟਨ ਸਲੈਗ ਹੈ ਜੀ। ਇੱਥੋਂ ਐਰੋ ਲਾ ਕੇ ਲਿਖਦੇ ਨੇ ਇਹ ਐਕਸ ਕੀ ਹੈ, ਇਹ ਟੈਪਿੰਗ ਹੋਲ ਹੈ। ਇੱਥੇ ਲਿਖਦੇ ਨੇ ਇਹ ਐਕਸ ਪਾਰਟ ਕਿਹੜਾ, ਇਹ ਟੋਇਰਸ ਨੇ, ਟੂਟੀਆਂ ਜਿੱਥੋਂ ਦੀ ਗਰਮ ਹਵਾ ਨਿਕਲਦੀ ਹੈ। ਇਹ ਪੁੱਛ ਲੈਂਦੇ ਨੇ ਐਕਸ ਐਰੋ ਲਾ ਕੇ ਵੀ ਇਹ ਕੀ ਚੀਜ਼ ਆ, ਤਾਂ ਆਪਾਂ ਕਹਿਣਾ ਇਹ ਡਬਲ ਬੈਲ ਮੈਕੈਨਿਜ਼ਮ ਆ। ਇਸ ਤਰ੍ਹਾਂ ਹੀ ਕੁਐਸਚਨ ਇਹ 'ਚੋਂ ਆਇਆ ਜਾਂਦਾ, ਇਹ ਉਹਦਾ ਪ੍ਰੋਸੈਸ ਸੀ। ਉਸ ਤੋਂ ਬਾਅਦ ਕੀ ਹੁੰਦਾ, ਦੇਖੋ ਜਿਹੜੀ ਕੋਕ ਵਾਰ ਐਸ਼ ਨਿਕਲਦੀ ਆ ਉਹਨੂੰ ਵੀ ਆਪਾਂ ਇੱਕ ਸਾਈਡ 'ਤੇ ਕਲੈਕਟ ਕਰ ਲੈਣਾ, ਡਸਟ ਕੈਚਰ ਕਹਿੰਦੇ ਨੇ, ਜਿਹੜਾ ਆਪਣੀ ਸਵਾਹ ਵਗੈਰਾ ਨਿਕਲੂਗੀ ਉਹਨੂੰ ਵੀ ਆਪਾਂ ਇੱਥੇ ਕਲੈਕਟ ਕਰ ਲੈਣਾ, ਕੈਚ ਕਰ ਲੈਣਾ। ਇਹ ਦੇਖੋ ਮੋਲਟਨ ਜਿਹੜਾ ਹੈਗਾ ਆਇਰਨ ਨਿਕਲ ਰਿਹਾ ਹੈਗਾ ਇੱਥੋਂ ਦੀ। ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਭੱਠੀ ਦੀ ਬਣਤਰ, ਇਹ 20 ਤੋਂ 40 ਮੀਟਰ ਤੱਕ ਉੱਚੀ ਹੁੰਦੀ ਹੈ ਅਤੇ 6 ਤੋਂ 9 ਮੀਟਰ, 90 ਮੀਟਰ ਨਹੀਂ 9 ਮੀਟਰ ਵਿਆਸ ਦੀ ਬਣੀ ਹੁੰਦੀ ਹੈ। ਤਾਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੇ ਫੁੱਟ ਉੱਚੀ ਹੋ ਗਈ ਇਹ। ਇਸ ਤੋਂ ਸਟੀਲ ਦੀ ਮੋਟਾਈ ਚਾਦਰਾਂ ਤੋਂ ਬਣਾਇਆ ਜਾਂਦਾ ਹੈ, ਜਿਸ ਦੇ ਅੰਦਰ 1.25 ਤੋਂ 1.5 ਮੀਟਰ ਮੋਟੀ ਫਾਇਰ ਬ੍ਰਿਕਸ ਦੀ ਦੀਵਾਰ ਜਾਂ ਲਾਈਨਿੰਗ ਹੁੰਦੀ ਹੈ। ਇਹਨਾਂ ਇੱਟਾਂ ਦੀ ਚਿਣਾਈ ਫਾਇਰ ਕਲੇ ਤੋਂ ਕੀਤੀ ਜਾਂਦੀ ਹੈ। ਫਾਇਰ ਬ੍ਰਿਕਸ ਨਾ ਸੈਰੇਮਿਕ ਮਟੀਰੀਅਲ ਬਣੀਆਂ ਹੁੰਦੀਆਂ ਨੇ, ਮਤਲਬ ਉਹਨੂੰ ਅੱਗ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਅਤੇ ਜਿਹੜੀ ਉਹਨਾਂ ਦੀ ਚਿਣਾਈ ਹੈਗੀ ਉਹ ਫਾਇਰ ਕਲੇ ਹੁੰਦੀ ਹੈ, ਉਹਨੂੰ ਵੀ ਕੋਈ ਅੱਗ ਨਾਲ ਫਰਕ ਨਹੀਂ ਪੈਂਦਾ, ਉਹ ਮਿੱਟੀ ਨਾਲ ਉਹਨਾਂ ਦੀ ਚਿਣਾਈ ਕੀਤੀ ਜਾਂਦੀ ਹੈ, ਜਿਹੜੀ ਕਿ 1.25 ਤੋਂ 1.5 ਮੀਟਰ ਮੋਟੀ ਹੁੰਦੀ ਹੈ ਅੰਦਰ ਇੱਟਾਂ ਨਾਲ। ਬਲਾਸਟ ਭੱਠੀ ਵਿੱਚ ਧਾਤ ਨੂੰ ਗਲਾ ਕੇ ਅਲੱਗ ਕਰਨਾ, ਉਹਨੂੰ ਕਹਿੰਦੇ ਨੇ ਸਮੈਲਟਿੰਗ, ਉਹ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ। ਡਬਲ ਬੈਲ ਮੈਕੈਨਿਜ਼ਮ ਦਾ ਪ੍ਰਯੋਗ ਕਰਕੇ ਭੱਠੀ ਵਿੱਚ ਕੱਚੀ ਸਮੱਗਰੀ ਨੂੰ ਲੋਹ ਅਸ਼ਕ, ਕੋਕ ਅਤੇ ਗਲਾਕ ਦੀ ਇਕੰਤਰ ਪਰਤਾਂ ਦੁਆਰਾ ਚਾਰਜ ਕੀਤਾ ਜਾਂਦਾ ਹੈ, ਠੀਕ ਹੈ ਜੀ। ਇੱਥੋਂ ਦੀ ਆਪਾਂ ਡਬਲ ਬੈਲ ਮੈਕੈਨਿਜ਼ਮ ਥਰੂ ਆਪਾਂ ਕੋਕ ਪਾਉਂਦੇ ਹਾਂ, ਲਾਈਮਸਟੋਨ ਫਲਕਸ ਅਤੇ ਆਪਣੀ ਆਇਰਨ ਓਰ ਕੱਚੀ ਧਾਤ ਜਿਹੜੀ ਉਹ ਪਾਉਂਦੇ। ਉਸ ਤੋਂ ਵਰਕਿੰਗ ਕੀ ਹੈ ਜੀ, ਇਸ ਭੱਠੀ ਦਾ ਆਕਾਰ ਗੋਲਾਕਾਰ ਸ਼ੰਕੂ ਜਿਹਾ ਹੁੰਦਾ ਹੈ। ਇਸ ਵਿੱਚ ਲੋਹ ਅਸ਼ਕ ਆਇਰਨ ਓਰ ਪਿਘਲਾ ਕੇ ਕੱਚਾ ਲੋਹਾ ਪਿਗ ਆਇਰਨ ਤਿਆਰ ਕੀਤਾ ਜਾਂਦਾ ਹੈ। ਯਾਦ ਰੱਖੀ ਜਾਵੇ ਗੱਲ, ਬਲਾਸਟ ਭੱਠੀ ਵਿੱਚ ਪਿਗ ਆਇਰਨ ਤਿਆਰ ਕੀਤਾ ਜਾਂਦਾ ਹੈ। ਇਹ ਸਟੀਲ ਦੀ ਮੋਟਾਈ ਚਾਦਰਾਂ ਤੋਂ ਬਣੀ ਹੁੰਦੀ ਹੈ, ਮਤਲਬ ਸਟੀਲ ਦੀ ਮੋਟੀ ਚਾਦਰ ਤੋਂ ਬਣੀ ਹੁੰਦੀ ਹੈ। ਵਿਚਾਲੇ ਉਸ ਤੋਂ ਬਾਅਦ ਫਾਇਰ ਬ੍ਰਿਕਸ ਹੁੰਦੀਆਂ ਨੇ, ਜਿਨ੍ਹਾਂ ਦਾ ਜਿਹੜਾ ਡਾਇਆ ਹੈਗਾ ਉਹ 1.25 ਤੋਂ ਲੈ ਕੇ 1.5 ਮੀਟਰ ਤੱਕ ਹੁੰਦਾ, ਇੰਨੀਆਂ ਮੋਟੀਆਂ ਫਾਇਰ ਬ੍ਰਿਕਸ ਹੁੰਦੀਆਂ ਨੇ। ਭੱਠੀ ਵਿੱਚ ਗਰਮ ਹਵਾ
ਨੂੰ ਪ੍ਰਵੇਸ਼ ਕਰਨ ਦੇ ਲਈ 12 ਤੋਂ 16 ਨੋਜ਼ਲਾਂ ਲੱਗੀਆਂ ਹੁੰਦੀਆਂ ਹਨ, ਜਿਨ੍ਹਾਂ ਨੋਜ਼ਲਾਂ ਨੂੰ ਪਾਇਓਟੂਟੀ ਜਾਂ ਟਵਾਇਰਸ ਕਹਿੰਦੇ ਹਨ। ਇਹ ਕੁਐਸਚਨ ਹਰ ਵਾਰੀ ਪੇਪਰ 'ਚ ਆਉਂਦਾ ਵੀ ਟਵਾਇਰਸ ਕੀ ਹੁੰਦੇ ਹਨ। ਜਿਹੜੀਆਂ ਨੋਜ਼ਲਾਂ ਲੱਗੀਆਂ ਜਿੱਥੋਂ ਦੀ ਗਰਮ ਹਵਾ ਭੇਜੀ ਜਾਂਦੀ ਹੈ ਉਹਨੂੰ ਟਵਾਇਰਸ ਕਹਿੰਦੇ ਆ। ਵਾਜੀ ਟੂਟੀ ਦਾ ਥੋੜ੍ਹਾ ਜਿਹਾ ਉੱਪਰ ਭੱਠੀ ਦਾ ਤਾਪਮਾਨ 1000 ਤੋਂ 1700 ਡਿਗਰੀ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਸਾਰੇ ਤੱਤ ਪਿਘਲਣੇ ਸ਼ੁਰੂ ਹੋ ਜਾਣ। ਇੱਥੇ ਤਾਪਮਾਨ ਜਿਹੜਾ ਉਹ 1000 ਤੋਂ ਥੋੜ੍ਹਾ ਜਿਹਾ ਉੱਪਰ, ਟੂਟੀਆਂ ਤੋਂ ਥੋੜ੍ਹਾ ਜਿਹਾ ਉੱਪਰ 1000 ਤੋਂ 1700 ਡਿਗਰੀ ਸੈਲਸੀਅਸ ਰੱਖਿਆ ਜਾਂਦਾ ਤਾਂ ਜੋ ਇਹ ਸਾਰਾ ਪਿਘਲ ਜੇ। ਇੱਕ ਫਲਕਸ ਦੇ ਰੂਪ ਵਿੱਚ ਕੰਮ ਕਰਨ ਵਾਲੀ ਲਾਈਮਸਟੋਨ ਨੂੰ ਭੱਠੀ ਵਿੱਚ ਪਾਇਆ ਜਾਂਦਾ ਹੈ, ਜੋ ਅਸ਼ਕ ਵਿੱਚ ਅਣਇੱਛਕ ਤੱਤਾਂ ਨੂੰ, ਮਤਲਬ ਜਿਹੜੀਆਂ ਇੰਪਿਓਰਟੀਜ਼ ਨੇ ਜਿਵੇਂ ਸਲਫਰ, ਮੈਗਨੀਸ਼ੀਅਮ ਵਗੈਰਾ ਐਡ ਹੋਏ ਨੇ, ਨੂੰ ਅਲੱਗ ਕਰਕੇ ਉਸ ਨੂੰ ਪਿਘਲੀ ਰਾਖ ਦੇ ਰੂਪ ਵਿੱਚ ਬਦਲ ਲੈਂਦਾ ਹੈ ਅਤੇ ਪਿਘਲੇ ਹੋਏ ਲੋਹੇ ਦੇ ਉੱਪਰ ਤੈਰਦਾ ਰਹਿੰਦਾ ਹੈ। ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ, ਇਸ ਰਾਖ ਨੂੰ ਸਟੈਗ ਹੋਲ ਤੋਂ ਬਾਹਰ ਕੱਢ ਲਿਆ ਜਾਂਦਾ ਹੈ। ਜਿੱਥੋਂ ਦੀ ਬਾਹਰ ਕੱਢਦੇ ਆ ਉਹਨੂੰ ਕਹਿੰਦੇ ਆ ਸਟੈਗ ਹੋਲ, ਅਤੇ ਅਲੱਗ ਬਣੇ ਟੈਪਿੰਗ ਹੋਲ ਦੁਆਰਾ ਕੁਝ ਸਮੇਂ ਬਾਅਦ ਪਿਘਲੇ ਹੋਏ ਲੋਹੇ ਨੂੰ ਵੀ ਕੱਢ ਲਿਆ ਜਾਂਦਾ ਹੈ। ਪਿਘਲੇ ਹੋਏ ਲੋਹੇ ਨੂੰ ਆਪਾਂ ਕੱਢਦੇ ਹਾਂ ਟੈਪਿੰਗ ਹੋਲ ਵਿੱਚ ਦੀ। ਪਿਘਲੇ ਹੋਏ ਲੋਹੇ ਨੂੰ ਇੱਕ ਪਿਗ ਬੈੱਡ ਵਿੱਚ ਪਾ ਦਿੱਤਾ ਜਾਂਦਾ ਹੈ ਜਾਂ ਫਿਰ ਇਸ ਦਾ ਸਟੀਲ ਬਣਾਉਣ ਦੇ ਸੰਯੰਤਰ ਵਿੱਚ ਲਿਆ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਆਪਾਂ ਨੂੰ ਲੋਹਾ ਪ੍ਰਾਪਤ ਹੋਇਆ ਉਹ ਕੱਚਾ ਲੋਹਾ ਹੁੰਦਾ। ਇਸ ਤੋਂ ਬਾਅਦ ਜਿਹੜੇ ਬਾਕੀ ਲੋਹੇ ਆਪਾਂ ਉਹ ਪਿਗ ਆਇਰਨ ਤੋਂ ਬਣਾਉਣੇ ਹੁੰਦੇ ਆ। ਤਾਂ ਪਿਗ ਆਇਰਨ ਦੀਆਂ ਪ੍ਰੋਪਰਟੀਜ਼ ਕੀ ਨੇ, ਗੁਣ ਕੀ ਨੇ, ਠੀਕ ਹੈ। ਇਸ ਵਿੱਚ ਅਲੱਗ-ਅਲੱਗ ਮਾਤਰਾ ਵਿੱਚ ਕਾਰਬਨ, ਸਿਲੀਕਾਨ, ਫਾਸਫੋਰਸ, ਮੈਗਨੀਜ਼ ਸ਼ਾਮਲ ਹੁੰਦੇ ਨੇ। ਕਾਰਬਨ ਦੀ ਜ਼ਿਆਦਾ ਮਾਤਰਾ ਤੋਂ ਕੱਚਾ ਲੋਹਾ ਬਹੁਤ ਹੀ ਕਠੋਰ ਅਤੇ ਭੁਰਭੁਰਾ ਬਣ ਜਾਂਦਾ ਹੈ। ਇਸ ਤੋਂ ਕੋਈ ਵੀ ਉਪਯੋਗੀ ਵਸਤੂ ਬਣਾਉਣ ਵਿੱਚ ਪ੍ਰਯੋਗ ਨਹੀਂ ਕੀਤਾ ਜਾਂਦਾ। ਇਸ ਨੂੰ ਆਪਾਂ ਕਿਤੇ ਵੀ ਨਹੀਂ ਵਰਤਦੇ, ਸਿਰਫ ਇਹਦੇ ਉੱਪਰੋਂ ਆਪਾਂ ਅੱਗੋਂ ਸਟੀਲ ਬਣਾਉਣਾ, ਕਾਸਟ ਆਇਰਨ ਬਣਾਉਣਾ, ਰੌਡ ਆਇਰਨ ਬਣਾਉਣਾ, ਉਹ ਆਪਾਂ ਪਿਗ ਆਇਰਨ ਤੋਂ ਬਣਾਉਣੇ। ਅੱਗੇ ਆਪਾਂ ਗੱਲ ਕਰਦੇ ਹਾਂ ਕਾਸਟ ਆਇਰਨ ਦੀ, ਜਿਹੜਾ ਕਿ ਪਿਗ ਆਇਰਨ ਤੋਂ ਬਣਦਾ। ਢਲਵਾਂ ਲੋਹਾ ਕਾਰਬਨ ਅਤੇ ਸਿਲੀਕਾਨ ਦਾ ਇੱਕ ਮਿਸ਼ਰਣ ਅਲੋਏ ਹੈ। ਢਲਵੇਂ ਲੋਹੇ 'ਚ ਕੀ ਹੁੰਦਾ, ਜਿਹੜਾ ਢਲਵਾਂ ਲੋਹਾ ਤੁਸੀਂ ਆਮ ਤੌਰ ਦੇਖਦੇ ਹੋ ਲੇਥ ਬੈੱਡ ਵਗੈਰਾ ਦੇਖਦੇ ਹੋ ਬਣੇ ਹੋਏ, ਮੋਟਰਾਂ ਦੇ ਬੋਡੀਆਂ ਹੁੰਦੀਆਂ ਸਾਰੀਆਂ, ਉਹ ਸਾਰੀਆਂ ਲਗਭਗ ਕਾਸਟ ਆਇਰਨ ਦੀਆਂ ਹੁੰਦੀਆਂ ਨੇ, ਠੀਕ ਹੈ। ਦੇਗੀ ਲੋਹੇ, ਜਿਹਨੂੰ ਦੇਗੀ ਲੋਹਾ ਵੀ ਕਹਿੰਦੇ ਆ। ਤਾਂ ਉਹਦੇ ਵਿੱਚ ਮੁੱਖ ਤੱਤ ਕੀ ਹੁੰਦਾ, ਲੋਹਾ, ਕਾਰਬਨ ਅਤੇ ਸਿਲੀਕਾਨ। ਇਹ ਇੱਕ ਅਲੋਏ ਹੁੰਦਾ ਹੈ। ਇਸ ਵਿੱਚ ਕਾਰਬਨ ਦੀ ਮਾਤਰਾ 2 ਤੋਂ 4% ਤੱਕ ਹੁੰਦੀ ਹੈ, ਜੋ ਕਿ ਪਿਗ ਆਇਰਨ ਤੋਂ ਪ੍ਰਾਪਤ ਹੁੰਦੀ ਹੈ। 2 ਤੋਂ 4% ਕਾਰਬਨ ਹੁੰਦੀ ਹੈ। ਇਹ ਆਪਾਂ ਨੂੰ ਪਿਗ ਆਇਰਨ ਤੋਂ ਮਿਲਦੀ ਹੈ, ਕਿਉਂਕਿ ਪਿਗ ਆਇਰਨ 'ਚ ਪਹਿਲੀ ਪਰਸੈਂਟੇਜ ਉਹ ਕਾਰਬਨ ਹੈ ਜਿਹੜੀ ਉਹ 4 ਤੋਂ 6% ਹੁੰਦੀ ਹੈ। ਤਾਂ ਢਲਵੇਂ ਲੋਹੇ 4 ਪ੍ਰਕਾਰ ਦੇ ਹੁੰਦੇ ਨੇ। ਇੱਕ ਹੁੰਦਾ ਗ੍ਰੇ ਕਾਸਟ ਆਇਰਨ, ਇੱਕ ਹੁੰਦਾ ਵਾਈਟ ਕਾਸਟ ਆਇਰਨ, ਇੱਕ ਹੁੰਦਾ ਮੈਲੇਬਲ ਕਾਸਟ ਆਇਰਨ, ਇੱਕ ਹੁੰਦਾ ਨੋਡੂਲਰ ਕਾਸਟ ਆਇਰਨ। ਤਾਂ ਇਹ ਚਾਰਾਂ ਨੂੰ ਆਪਾਂ ਡਿਟੇਲ ਵਿੱਚ ਪੜ੍ਹਨਾ ਅੱਜ। ਸਭ ਤੋਂ ਪਹਿਲਾਂ ਹੈ ਗ੍ਰੇ ਕਾਸਟ ਆਇਰਨ। ਸਟੀਲ ਦੀ ਅਪੇਖਾ ਇਸ ਦਾ ਗਲਨਾਕ ਘੱਟ ਹੁੰਦਾ ਹੈ। ਸਟੀਲ ਦੇ ਕੰਪੈਰੀਜ਼ਨ ਇਹਦਾ ਜਿਹੜਾ ਮੈਲਟਿੰਗ ਪੁਆਇੰਟ ਹੈ ਜਿੱਥੇ ਪਿਘਲਦਾ ਉਹ ਘੱਟ ਹੁੰਦਾ ਹੈ। ਇਸ ਕਿਸਮ ਦੇ ਢਲਵਾਂ ਲੋਹੇ ਵਿੱਚ ਚੰਗੀ ਤਰਲਤਾ, ਫਲੂਇਡਿਟੀ ਵਿਦਵਾਨ ਰਹਿੰਦੀ ਹੈ। ਮਤਲਬ ਫਲੂਇਡਿਟੀ ਮਤਲਬ ਜਦੋਂ ਉਹਨੂੰ ਜਿਵੇਂ ਪਾਣੀ ਹੈਗਾ ਉਹਨੂੰ ਆਪਾਂ ਡੋਲਦੇ ਹਾਂ ਭੱਜਿਆ ਜਾਂਦਾ, ਉਹਨੂੰ ਫਲੂਇਡਿਟੀ ਹੁੰਦੀ ਹੈ। ਉਸ ਤਰ੍ਹਾਂ ਇਹ ਤਰਲਤਾ ਇਹਦੀ ਬਹੁਤ, ਜੋ ਆਪਾਂ ਨੂੰ ਪਿਘਲਾਉਣੇ ਆ ਇਹਦੀ ਤਰਲਤਾ ਬਹੁਤ ਹੁੰਦੀ ਆ, ਤਾਂ ਕਰਕੇ ਇਹ ਕਾਸਟਿੰਗਾਂ ਬਣਾਉਣੇ ਆਪਾਂ, ਮਤਲਬ ਕੋਈ ਕਾਸਟਿੰਗ ਕਰਕੇ ਪਿਘਲਾ ਕੇ ਕੋਈ ਚੀਜ਼ ਬਣਾਉਣੀ ਆ, ਉਹ ਬਹੁਤ ਵਧੀਆ ਬਣਦੀਆਂ ਨੇ। ਜਿਸ 'ਤੇ ਗ੍ਰੇ ਢਲਵੇਂ ਲੋਹੇ ਦਾ ਪ੍ਰਯੋਗ ਮਸ਼ੀਨ ਟੂਲ ਬਣਾਉਣ ਵਿੱਚ ਕੀਤਾ ਜਾਂਦਾ ਹੈ। ਮਸ਼ੀਨ ਟੂਲ ਬਣਾਉਣ 'ਚ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਇਸ ਵਿੱਚ ਕੰਪਨ ਅਤੇ ਔਜ਼ਾਰ ਦੀ ਚਿੜਚਿੜਾਹਟ ਨੂੰ ਘੱਟ ਕਰਨ ਦੀ ਤਾਕਤ ਰੱਖਦਾ ਹੈ। ਜਿਹੜਾ ਆਪਾਂ ਇਹ ਤੋਂ ਕੋਈ ਔਜ਼ਾਰ ਬਣਾਇਆ ਹੈਗਾ, ਕੋਈ ਚੀਜ਼ ਬਣਾਈ ਆ, ਉਹਦੀ ਵਾਈਬ੍ਰੇਸ਼ਨ ਘਟਾਉਂਦਾ ਇਹ, ਅਤੇ ਉਹਦੀ ਜਿਹੜੀ ਚੈਟਰਿੰਗ ਦੀ ਆਵਾਜ਼ ਹੁੰਦੀ ਆ, ਮਤਲਬ ਉਹ ਖੜਕਾ ਕਰਦਾ, ਉਹਨੂੰ ਵੀ ਇਹ ਘੱਟ ਕਰਨ ਦੀ ਤਾਕਤ ਰੱਖਦਾ। ਬਿਨਾਂ ਮਿਸ਼ਰਤ ਅਲੋਏ ਦੇ ਭੂਰਾ ਢਲਵਾਂ ਲੋਹਾ ਬਹੁਤ ਹੀ ਭੁਰਭੁਰਾ ਹੁੰਦਾ ਹੈ, ਭੁੰਗਰ ਹੁੰਦਾ ਹੈ ਜੇ ਅਲੋਏ 'ਚ ਕੁਛ ਮਿਕਸ ਨਹੀਂ ਕੀਤਾ ਜਾਂਦਾ, ਠੀਕ ਹੈ। ਜਿਵੇਂ 'ਚ ਆਪਾਂ ਇੱਥੇ ਸਿਲੀਕਾਨ ਪਾਇਆ ਹੋਇਆ, ਜੇ ਅਲੋਏ ਨਹੀਂ ਹੈਗਾ, ਸਿੰਪਲ ਗ੍ਰੇ ਕਾਸਟ ਆਇਰਨ ਉਹਦੇ 'ਚ ਕੋਈ ਅਲੋਏ ਨਹੀਂ ਪਾਇਆ ਹੋਇਆ, ਤਾਂ ਇਸ ਦੀ ਤਣਾਅ ਸਮਰੱਥਾ, ਟੈਂਸਾਈਲ ਸਟਰੈਂਥ, ਜੇ ਆਪਾਂ ਨੂੰ ਖਿੱਚਣਾ ਹੋਵੇ ਤਾਂ ਖਿੱਚਣ ਨਾਲ ਟੁੱਟ ਜਾਂਦਾ, ਘੱਟ ਹੁੰਦੀ ਹੈ, ਜਿਸ ਦੇ ਕਾਰਨ ਉੱਚ ਹਾਈ ਸਟ੍ਰੈਸ ਅਤੇ ਇੰਪੈਕਟ ਲੋਡ ਵਾਲੇ ਹਿੱਸੇ ਨੂੰ ਬਣਾਉਣ ਵਿੱਚ ਇਸ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ। ਜਿੱਥੇ ਹਾਈ ਸਟ੍ਰੈਸ ਲੱਗਦੀ ਹੈ, ਮਤਲਬ ਫੋਰਸ ਜ਼ਿਆਦਾ ਲੱਗ ਰਹੀ ਹੈ, ਉੱਤੇ ਸੱਟ ਜ਼ਿਆਦਾ ਲੱਗ ਰਹੀ ਹੈ ਕੋਈ ਚੀਜ਼ ਦੇ, ਉੱਥੇ ਨਹੀਂ ਇਹਨੂੰ ਬਣਾ ਸਕਦੇ। ਇੰਪੈਕਟ ਲੋਡ ਹੁੰਦਾ ਜਿਵੇਂ ਤੁਹਾਡੇ ਨਾਲ ਸੱਟ ਮਾਰਨੀ, ਕਿਸੇ ਚੀਜ਼ ਦੇ ਤੁਹਾਡੇ ਨਾਲ ਸੱਟ ਮਾਰਨੀ, ਜਿਹੜਾ ਉਹ ਲੋਡ ਲੱਗ ਰਿਹਾ ਉਹ ਇੰਪੈਕਟ ਹੁੰਦਾ, ਕਿਉਂਕਿ ਦੂਰ ਤੋਂ ਆ ਰਿਹਾ, ਡਿਸਟੈਂਸ ਤੋਂ ਆ ਰਿਹਾ, ਉੱਥੇ ਆਪਾਂ ਇਹਦੀ ਵਰਤੋਂ ਨਹੀਂ ਕਰ ਸਕਦੇ। ਜਿੱਥੇ ਹਾਈ ਸਟ੍ਰੈਸ ਲੱਗ ਰਹੀ ਹੈ, ਜਿਵੇਂ ਪੁਲ ਹੈਗਾ, ਉੱਥੋਂ ਕਾਰਾਂ ਲੰਘ ਰਹੀਆਂ ਨੇ, ਜਾਂ ਰੇਲ ਗੱਡੀ ਦਾ ਟਰੈਕ ਹੈਗਾ ਜਿੱਥੋਂ ਦੀ ਰੇਲ ਗੱਡੀ ਲੰਘ ਰਹੀ ਹੈ, ਉੱਥੇ ਸਟ੍ਰੈਸ ਬਹੁਤ ਜ਼ਿਆਦਾ ਲੱਗ ਰਹੀ ਹੈ, ਉਹ ਚੀਜ਼ਾਂ ਵਾਸਤੇ ਉਹਨੂੰ ਆਪਾਂ ਪ੍ਰਯੋਗ ਨਹੀਂ ਕਰ ਸਕਦੇ।
ਗ੍ਰੇ ਢਲਵੇਂ ਲੋਹੇ ਵਿੱਚ ਟਫਨੈਸ ਦਾ ਗੁਣ ਲਿਆਉਣ ਦੇ ਲਈ ਇਸ ਨੂੰ ਕੱਢ ਕ੍ਰੋਮੀਅਮ, ਬੈਂਡੀਅਮ ਅਤੇ ਤਾਂਬੇ ਦਾ ਅਲੋਏ ਬਣਾਇਆ ਜਾਂਦਾ ਹੈ। ਟਫਨੈਸ ਹੁੰਦੀ ਆ ਮਟੀਰੀਅਲ ਦੀ ਪ੍ਰੋਪਰਟੀ ਆ ਵੀ ਉਹ ਸ਼ੌਕ ਅਬਜ਼ਰਵ ਕਰ ਸਕੇ, ਝਟਕਾ ਅਬਜ਼ਰਵ ਕਰ ਸਕੇ। ਉਹ ਗੁਣ ਲਿਆਉਣ ਦੇ ਲਈ ਆਪਾਂ ਨੂੰ ਇਹਦੇ ਵਿੱਚ ਕ੍ਰੋਮੀਅਮ ਪਾਉਂਦੇ ਆ, ਬੈਂਡੀਅਮ ਪਾਉਂਦੇ ਆ ਅਤੇ ਤਾਂਬੇ ਵਿੱਚ ਪਾਉਂਦੇ ਆ ਅਤੇ ਉਹਦਾ ਅਲੋਏ ਬਣਾਉਂਦੇ ਆ। ਇਹ ਲੋਹਾ ਵੈਲਡਿੰਗ ਲਈ ਕੀਤਾ ਜਾ ਸਕਦਾ ਹੈ, ਇਹਨੂੰ ਆਪਾਂ ਵੈਲਡਿੰਗ ਕਰ ਸਕਦੇ ਹਾਂ। ਪਰੰਤੂ ਵੈਲਡਿੰਗ ਕਰਨ ਤੋਂ ਪਹਿਲਾਂ ਧਾਤ ਨੂੰ ਗਰਮ ਕਰਨਾ ਜ਼ਰੂਰੀ ਹੁੰਦਾ ਹੈ। ਜਿਹੜੀ ਉਹ ਧਾਤ ਜਿਹਨੂੰ ਵੈਲਡਿੰਗ ਕਰਨਾ, ਇਹਨੂੰ ਆਪਾਂ ਉਦੋਂ ਪਹਿਲਾਂ ਇਹਨੂੰ ਗਰਮ ਕਰਨਾ ਪੈਂਦਾ, ਅਤੀ ਜ਼ਰੂਰੀ ਹੁੰਦਾ। ਗ੍ਰੇ ਢਲਵੇਂ ਲੋਹੇ ਦਾ ਗਲਨਾਂਕ ਮੈਲਟਿੰਗ ਪੁਆਇੰਟ 1160 ਤੋਂ ਲੈ ਕੇ 1200 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ। ਇਸ ਵਿੱਚ ਕਾਰਬਨ ਦੀ ਮਾਤਰਾ 3.75% ਹੁੰਦੀ ਹੈ। ਇੱਕ ਤਾਂ ਤੁਸੀਂ ਦੇਖੋ ਜੇ ਚੀਜ਼ਾਂ ਜ਼ਰੂਰ ਯਾਦ ਰੱਖਣੀਆਂ ਨੇ ਵੀ ਇਹਦਾ ਮੈਲਟਿੰਗ ਪੁਆਇੰਟ ਕਿੰਨਾ ਗਾ ਅਤੇ ਕਾਰਬਨ ਦੀ ਮਾਤਰਾ ਕਿੰਨੀ ਹੈ। ਹਰ ਇੱਕ ਲੋਹੇ 'ਚ ਇਹ ਚੈਪਟਰ ਤੁਸੀਂ ਹਰ ਇੱਕ 'ਚ ਇਹ ਚੀਜ਼ ਬਹੁਤ ਮੈਟਰ ਕਰਦੀ ਹੈ ਵੀ ਕਾਰਬਨ ਦੀ ਪਰਸੈਂਟੇਜ ਕਿੰਨੀ ਹੈ, ਉਹਦਾ ਮੈਲਟਿੰਗ ਪੁਆਇੰਟ ਕੀ ਹੈ ਅਤੇ ਉਹ ਕੰਮ ਕਿੱਥੇ ਆਉਂਦਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਵਾਈਟ ਕਾਸਟ ਆਇਰਨ ਦੀ। ਇਸ ਵਿੱਚ ਕਾਰਬਨ ਦੀ ਮਾਤਰਾ 2% ਤੋਂ 4% ਤੱਕ ਹੁੰਦੀ ਹੈ। ਇਹ ਬਹੁਤ ਕਠੋਰ ਹੁੰਦਾ ਹੈ। ਜਿਹੜਾ ਵਾਈਟ ਕਾਸਟ ਆਇਰਨ ਆ ਉਹ ਬਹੁਤ ਸਖਤ ਹੁੰਦਾ, ਇਸ ਲਈ ਇਸ ਨੂੰ ਮਸ਼ੀਨਿੰਗ ਕਰਨਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ। ਜੇ ਆਪਾਂ ਕਹੀਏ ਇਹਨੂੰ ਖਰਾਦ 'ਤੇ ਇਹਦੇ ਨਾਲ ਕੰਮ ਕਰ ਸਕਦੇ ਆਪਾਂ, ਇਹਦਾ ਖਰਾਦ 'ਤੇ ਆਪਾਂ ਇਹਦਾ ਕੰਮ ਨਹੀਂ ਕਰ ਸਕਦੇ ਕਿਉਂਕਿ ਬਹੁਤ ਜ਼ਿਆਦਾ ਸਖਤ ਹੁੰਦਾ। ਇਸ ਦਾ ਪ੍ਰਯੋਗ ਰੰਗ ਸਫੇਦ ਹੁੰਦਾ ਹੈ, ਇਸ ਦਾ ਰੰਗ ਜਿਹੜਾ ਉਹ ਸਫੇਦ ਹੁੰਦਾ। ਇਸ ਦਾ ਪ੍ਰਯੋਗ ਅੰਬਰੇਸ਼ਨ ਰੈਜ਼ਿਸਟੈਂਸ ਪਦਾਰਥਾਂ ਨੂੰ ਬਣਾਉਣ ਦੇ ਲਈ ਕੀਤਾ ਜਾਂਦਾ ਹੈ। ਉੱਥੇ ਕੀਤਾ ਜਾਂਦਾ ਵੀ ਜਿੱਥੇ ਝਰੀਟ ਵੀ ਨਾ ਵੱਜੇ ਕਿਸੇ ਚੀਜ਼ ਦੇ ਉੱਪਰ। ਕੋਈ ਇਹੀ ਚੀਜ਼ ਬਣਾਉਣੀ ਹੈ ਜਿਹਦੇ ਉੱਪਰ ਆਪਾਂ ਝਰੀਟ ਵੀ ਨਾ ਬਣਾ ਸਕੀਏ, ਠੀਕ ਹੈ। ਜਿਵੇਂ ਆਪਾਂ ਕਹਿ ਸਕਦੇ ਹਾਂ ਸਰਫੇਸ ਪਲੇਟ, ਉੱਥੇ ਇਸ ਦਾ ਪ੍ਰਯੋਗ ਕਰ ਸਕਦੇ ਹਾਂ ਆਪਾਂ। ਸਰਫੇਸ ਪਲੇਟ ਬਣਾਉਣ ਲਈ ਵਾਈਟ ਕਾਸਟ ਆਇਰਨ ਦਾ ਪ੍ਰਯੋਗ ਕੀਤਾ ਜਾਂਦਾ। ਸਫੇਦ ਢਲਵੇਂ ਲੋਹੇ ਵਿੱਚ ਸਿਲੀਕਨ ਦੀ ਮਾਤਰਾ ਨੂੰ ਘੱਟ ਕਰਦੇ ਹੋਏ ਤੇਜ਼ੀ ਨਾਲ ਠੰਡਾ ਕਰਕੇ ਬਣਾਇਆ ਜਾਂਦਾ ਹੈ, ਜਿਸ ਨਾਲ ਇਸ ਪ੍ਰਕਾਰ ਠੰਡਾ ਕੀਤਾ ਜਾਵੇ ਤਾਂ ਜੋ ਪ੍ਰਾਪਤ ਲੋਹੇ ਦੀ ਸਤ੍ਹਾ ਨੂੰ ਚਿਲਡ ਕਾਸਟ ਆਇਰਨ ਵੀ ਕਿਹਾ ਜਾਂਦਾ ਹੈ। ਜਦੋਂ ਆਪਾਂ ਢਲਵੇਂ ਲੋਹੇ ਨੂੰ ਆਪਾਂ ਬਣਾਉਣੇ ਆ, ਜਦੋਂ ਇਹਨੂੰ ਆਪਾਂ ਜਮਾਉਣਾ ਗਾ, ਇਹ ਪਿਘਲੇ ਹੋਏ ਤੋਂ ਜੰਮਦਾ ਗਾ, ਤਾਂ ਇਹਨੂੰ ਇੰਨੀ ਜਲਦੀ ਨਾਲ ਠੰਡਾ ਕਰਦੇ ਹਾਂ ਜਿਵੇਂ ਪਾਣੀ ਵਗੈਰਾ ਨਾਲ, ਠੰਡੀ ਹਵਾ ਨਾਲ ਠੰਡਾ ਕਰਦੇ ਹਾਂ ਵੀ ਸਿਲੀਕੋਨ ਦੀ ਮਾਤਰਾ ਨੂੰ ਘਟਾ ਕੇ ਸਿਲੀਕੋਨ ਦੀ ਮਾਤਰਾ 'ਚ ਘਟਾ ਦਿੰਦੇ ਹਾਂ ਅਤੇ ਇਹਨੂੰ ਤੇਜ਼ੀ ਨਾਲ ਠੰਡਾ ਕਰਦੇ ਹਾਂ। ਇਸ ਲਈ ਇਹਨੂੰ ਚਿਲਡ ਕਾਸਟ ਆਇਰਨ ਵੀ ਕਹਿੰਦੇ ਨੇ, ਠੀਕ ਹੈ। ਸਫੇਦ ਲੋਹਾ ਇੱਕ ਗੱਲ ਯਾਦ ਰੱਖਿਓ, ਸਫੇਦ ਲੋਹੇ ਦੀ ਵੈਲਡਿੰਗ ਨਹੀਂ ਕੀਤੀ ਜਾ ਸਕਦੀ। ਗ੍ਰੇ ਕਾਸਟ ਆਇਰਨ ਵੈਲਡਿੰਗ ਹੋ ਜਾਊਗਾ, ਵਾਈਟ ਕਾਸਟ ਆਇਰਨ ਵੈਲਡਿੰਗ ਨਹੀਂ ਹੁੰਦਾ ਅਤੇ ਇਹ 'ਚ ਕਾਰਬਨ ਦੀ ਪਰਸੈਂਟੇਜ 2 ਤੋਂ 4% ਤੱਕ ਹੁੰਦੀ ਹੈ। ਫਿਰ ਆ ਜਾਂਦਾ ਜੀ ਮੈਲੇਬਲ ਕਾਸਟ ਆਇਰਨ। ਇਸ ਕਿਸਮ ਦੇ ਲੋਹੇ ਵਿੱਚ ਭੰਗੁਰਤਾ ਦਾ ਗੁਣ ਪਾਇਆ ਜਾਂਦਾ ਹੈ, ਮਤਲਬ ਮੈਲੇਬਲ ਦਾ ਗੁਣ ਪਾਇਆ ਜਾਂਦਾ ਹੈ। ਮੈਲੇਬਲ ਕਾਸਟ ਆਇਰਨ ਵਿੱਚ ਪੂਰੇ ਢਲਵੇਂ ਲੋਹੇ ਦੀ ਜ਼ਰੂਰਤ, ਜਿਹੜਾ ਆਪਾਂ ਗ੍ਰੇ ਕਾਸਟ ਆਇਰਨ ਦੇ ਨਾਲ ਕੰਪੇਅਰ ਕਰੀਏ, ਡਕਟਿਲਿਟੀ ਜ਼ਿਆਦਾ ਹੁੰਦੀ ਹੈ। ਡਕਟਿਲਿਟੀ ਮਤਲਬ ਜਿਹਨੂੰ ਖਿੱਚ ਕੇ ਇਹਨੂੰ ਤਾਰਾਂ ਬਣਾਈਆਂ ਜਾ ਸਕਣ। ਟੈਂਸਾਈਲ ਸਟਰੈਂਥ, ਇਹਨੂੰ ਖਿੱਚਿਆ ਜਾ ਸਕਦੇ। ਅਤੇ ਟਫਨੈਸ, ਝਟਕਾ ਸਹਿਣ ਕਰਨ ਦੀ ਕਪੈਸਿਟੀ ਉਹ ਜ਼ਿਆਦਾ ਹੁੰਦੀ ਹੈ ਗ੍ਰੇ ਕਾਸਟ ਆਇਰਨ ਦੇ ਮੁਕਾਬਲੇ। ਕਾਸਟਿੰਗ ਕਰਦੇ ਸਮੇਂ ਇਸ ਵਿੱਚ 15 ਤੋਂ 20% ਤੱਕ ਸਟੀਲ ਸਕ੍ਰੈਪ ਮਿਲਾਇਆ ਜਾਂਦਾ ਹੈ। ਜਦੋਂ ਆਪਾਂ ਇਹਨੂੰ ਬਣਾਉਣੇ ਆ ਮੈਲੇਬਲ ਕਾਸਟ ਆਇਰਨ ਨੂੰ, ਤਾਂ ਜਿੰਨੀ ਉਹਦੀ ਮਾਤਰਾ ਗਈ ਉਹ ਤੋਂ 15 ਤੋਂ 20% ਆਪਾਂ ਸਟੀਲ ਦਾ ਸਕ੍ਰੈਪ ਵਿੱਚ ਪਾ ਦਿੰਦੇ ਹਾਂ, ਜਿਸ ਤੋਂ ਇਹ ਮੈਲੇਬਲ ਹੋ ਜਾਂਦਾ ਹੈ ਅਤੇ ਭੁਰਨਾ ਵੀ ਘੱਟ ਜਾਂਦਾ ਹੈ। ਮੈਲੇ ਮਤਲਬ ਜਿਹਨੂੰ ਕੁੱਟ ਕੇ ਚਾਦਰਾਂ ਬਣਾਈਆਂ ਜਾ ਸਕਣ, ਉਹਨੂੰ ਕਹਿੰਦੇ ਆ ਮੈਲੇਬਲ ਮਟੀਰੀਅਲ, ਅਤੇ ਮੈਲੇਬਲ ਹੋ ਜਾਂਦਾ, ਭੁਰਨੋਂ ਵੀ ਹਟ ਜਾਂਦਾ ਹੈ। ਸਫੇਦ ਢਲਵੇਂ ਲੋਹੇ ਨੂੰ ਲਗਭਗ 30 ਘੰਟਿਆਂ ਤੱਕ ਖਾਨਿਆਂ ਵਿੱਚ ਬੰਦ ਕਰਕੇ 900 ਡਿਗਰੀ ਸੈਲਸੀਅਸ ਤੋਂ 1000 ਡਿਗਰੀ ਸੈਲਸੀਅਸ ਤੱਕ ਗਰਮ ਕਰਕੇ ਹੀਟ ਟਰੀਟਮੈਂਟ ਕਰਦੇ ਹੋਏ ਮੈਲੇਬਲ ਕਾਸਟ ਆਇਰਨ ਬਣਾਇਆ ਜਾਂਦਾ ਹੈ। ਤਾਂ ਜਦੋਂ ਇਹ ਇੱਥੋਂ ਤਿਆਰ ਹੋ ਜਾਂਦਾ, ਉਸ ਤੋਂ ਬਾਅਦ ਇਹਦੀ ਹੀਟ ਟਰੀਟਮੈਂਟ ਕਰਨੀ ਪੈਂਦੀ ਹੈ। ਹੀਟ ਟਰੀਟਮੈਂਟ ਕੀ ਹੁੰਦੀ ਹੈ? ਇੱਕ ਭੱਠੀ ਹੁੰਦੀ ਹੈ, ਉਹਦੇ ਕਿਸੇ ਖਾਨੇ 'ਚ ਆਪਾਂ ਇਹਨੂੰ ਬੰਦ ਕਰਦੇ ਹਾਂ ਲੋਹੇ ਨੂੰ, ਅਤੇ ਉਹ ਭੱਠੀ ਦਾ ਟੈਂਪਰੇਚਰ ਆ ਉਹ 900 ਡਿਗਰੀ ਤੋਂ 1000 ਡਿਗਰੀ ਰਹਿੰਦਾ 30 ਘੰਟਿਆਂ ਤੱਕ ਲਗਾਤਾਰ, ਠੀਕ ਹੈ। ਜਿਹਦੇ ਨਾਲ ਉਹਦੀ ਹੀਟ ਟਰੀਟਮੈਂਟ ਹੋ ਜਾਂਦੀ ਹੈ, ਢਲਵੇਂ ਲੋਹੇ ਦੀ ਮੈਲੇਬਲ ਕਾਸਟ ਆਇਰਨ ਦੀ ਹੀਟ ਟਰੀਟਮੈਂਟ ਹੋ ਜਾਂਦੀ ਹੈ। ਇਹ ਜਦੋਂ ਤੁਸੀਂ ਹੀਟ ਟਰੀਟਮੈਂਟ ਵਾਲਾ ਚੈਪਟਰ ਪੜ੍ਹੋਗੇ ਤਾਂ ਤੁਹਾਨੂੰ ਕਾਫੀ ਸਾਰੀਆਂ ਵਿਧੀਆਂ ਹੁੰਦੀਆਂ ਨੇ ਹੀਟ ਟਰੀਟਮੈਂਟ ਦੀਆਂ, ਅਨੀਲਿੰਗ, ਹਾਰਡਨਿੰਗ, ਟੈਂਪਰਿੰਗ, ਨਾਰਮਲਾਈਜ਼ਿੰਗ, ਕਾਫੀ ਸਾਰੀਆਂ ਵਿਧੀਆਂ ਹੁੰਦੀਆਂ ਨੇ, ਉਹਦੇ ਨਾਲ ਆਪਾਂ ਹੀਟ ਟਰੀਟਮੈਂਟ ਕਰਦੇ ਹਾਂ, ਠੀਕ ਹੈ। ਉਵੇਂ ਦੀ ਹੀਟ ਟਰੀਟਮੈਂਟ ਕਰੀ ਜਾਂਦੀ ਹੈ, ਮਤਲਬ 30 ਘੰਟੇ ਤੱਕ ਇਹਨੂੰ ਆਪਾਂ ਡੱਬੇ 'ਚ ਬੰਦ ਕਰਕੇ ਉਹ ਭੱਠੀ ਦਾ ਟੈਂਪਰੇਚਰ 900 ਤੋਂ 1000 ਡਿਗਰੀ ਸੈਲਸੀਅਸ ਤੱਕ ਰੱਖਦੇ ਹਾਂ, ਫਿਰ ਉਹਨੂੰ ਬਾਹਰ ਕੱਢਦੇ ਹਾਂ, ਫਿਰ ਆਪਣਾ ਜਿਹੜਾ ਮੈਲੇਬਲ ਕਾਸਟ ਆਇਰਨ ਉਹ ਤਿਆਰ ਹੁੰਦਾ। ਉਸ ਤੋਂ ਬਾਅਦ ਨੋਡੂਲਰ ਕਾਸਟ ਆਇਰਨ, ਇਹ 'ਚ ਕੋਈ ਫਰਕ ਨਹੀਂ ਹੁੰਦਾ,
ਮੈਲੇਬਲ ਕਾਸਟ ਆਇਰਨ ਤੇ ਨੋਡੂਲਰ ਕਾਸਟ ਆਇਰਨ 'ਚ ਕੋਈ ਫਰਕ ਨਹੀਂ ਹੁੰਦਾ, ਦੋਨਾਂ ਦਾ ਸੇਮ ਹੁੰਦੇ ਨੇ। ਬਸ ਇਹ 'ਚ ਇੰਨਾ ਹੀ ਫਰਕ ਹੁੰਦਾ ਵੀ ਇਹਦੇ ਕਿਸੇ ਤਰ੍ਹਾਂ ਦੀ ਹੀਟ ਟਰੀਟਮੈਂਟ ਨਹੀਂ ਕੀਤੀ ਜਾਂਦੀ। ਜਿਹੜੀ ਹੀਟ ਟਰੀਟਮੈਂਟ ਕੀਤੀ ਸੀ ਆਪਾਂ ਮੈਲੇਬਲ ਕਾਸਟ ਆਇਰਨ ਦੇ ਵਿੱਚ, ਉਹਨੂੰ 900 ਤੋਂ 1000 ਡਿਗਰੀ ਸੈਲਸੀਅਸ ਤੱਕ 30 ਘੰਟਿਆਂ ਵਿੱਚ ਭੱਠੀ 'ਤੇ ਰੱਖਿਆ ਸੀ, ਉਹ ਆਪਾਂ ਨਹੀਂ ਕਰਦੇ। ਤਾਂ ਜੇ ਉਹ ਨਹੀਂ ਕਰਦੇ ਤਾਂ ਨੋਡੂਲਰ ਕਾਸਟ ਆਇਰਨ ਬਣ ਜਾਂਦਾ। ਜੇ ਉਹਦੀ ਹੀਟ ਟਰੀਟਮੈਂਟ ਕਰਤੀ ਤਾਂ ਮੈਲੇਬਲ ਕਾਸਟ ਆਇਰਨ ਬਣ ਜਾਂਦਾ। ਠੀਕ ਹੈ। ਨੋਡੂਲਰ ਕਾਸਟ ਆਇਰਨ ਦਾ ਪ੍ਰਯੋਗ ਉਹਨਾਂ ਹਿੱਸਿਆਂ ਨੂੰ ਬਣਾਉਣ ਲਈ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਉੱਤਨ ਪ੍ਰਭਾਵਿਤਾ ਮਤਲਬ ਹਾਈ ਟੈਂਸਾਈਲ ਸਟ੍ਰੈਸ ਅਤੇ ਹਲਕਾ ਆਘਾਤ ਇੰਪੈਕਟ ਲੋਡ ਲੱਗਦਾ ਹੋਵੇ। ਜਿੱਥੇ ਹਾਈ ਟੈਂਸਾਈਲ ਸਟ੍ਰੈਂਥ ਲੱਗਦੀ ਹੋਵੇ ਵੀ ਖਿੱਚ ਬਹੁਤ ਜ਼ਿਆਦਾ ਲੱਗ ਰਹੀ ਹੋਵੇ, ਅਤੇ ਇੰਪੈਕਟ ਲੋਡ ਜਿਵੇਂ ਤੁਹਾਡੇ ਨਾਲ ਸੱਟ ਮਾਰਦੇ ਹਾਂ ਉਹ ਘੱਟ ਲੱਗਦਾ ਹੋਵੇ, ਉੱਥੇ ਆਪਾਂ ਇਹਦੀ ਵਰਤੋਂ ਕਰਦੇ ਹਾਂ। ਕਾਸਟ ਪਿਗ ਆਇਰਨ ਆਇਆ ਸੀ, ਉਸ ਤੋਂ ਬਾਅਦ ਕਾਸਟ ਆਇਰਨ ਆਇਆ ਸੀ, ਹੁਣ ਆ ਜਾਂਦਾ ਰੌਟ ਆਇਰਨ। ਇਹ ਵੀ ਪਿਗ ਆਇਰਨ ਦੀ ਬਣਦਾ। ਰੌਟ ਆਇਰਨ ਲੋਹੇ ਦੀ ਸਭ ਤੋਂ ਸ਼ੁੱਧ ਕਿਸਮ ਹੈ। ਠੀਕ ਹੈ। ਇਸ ਨੂੰ ਸੁਗਮਤਾਪੂਰਵਕ ਮੋੜਿਆ ਜਾ ਸਕਦਾ, ਮਤਲਬ ਇਹਨੂੰ ਮੋੜ ਵੀ ਸਕਦੇ ਹਾਂ, ਫੋਰਜ ਵੀ ਕੀਤਾ ਜਾ ਸਕਦਾ, ਮਤਲਬ ਇਹਨੂੰ ਕੁੱਟਿਆ ਵੀ ਜਾ ਸਕਦਾ, ਕੁੱਟ ਕੇ ਇਹਦੀ ਸ਼ੇਪ ਬਦਲੀ ਜਾ ਸਕਦੀ ਹੈ, ਉਹਨੂੰ ਫੋਰਜਿੰਗ ਕਹਿੰਦੇ ਹੁੰਦੇ ਆ। ਇਹ ਮੈਲੇਬਲ ਵੀ ਹੁੰਦਾ, ਇਹਨੂੰ ਕੁੱਟ ਕੇ ਚਾਦਰਾਂ ਹੀ ਬਣਾਈਆਂ ਜਾ ਸਕਦੀਆਂ ਨੇ। ਡਕਟਾਈਲ ਵੀ ਹੁੰਦਾ, ਇਹਨੂੰ ਖਿੱਚ ਕੇ ਇਹਦੀਆਂ ਤਾਰਾਂ ਵੀ ਬਣਾਈਆਂ ਜਾ ਸਕਦੀਆਂ ਨੇ। ਇਸ ਲਈ ਇਸ ਤੋਂ ਚਾਦਰਾਂ ਤਾਰਾਂ ਵੀ ਬਣਾਈਆਂ ਜਾਂਦੀਆਂ ਹਨ। ਇਸ ਦੀ ਬਣਾਵਟ ਰੇਸ਼ੇਦਾਰ ਹੁੰਦੀ ਹੈ। ਇਸ ਵਿੱਚ 99.9% ਤੱਕ ਲੋਹਾ ਹੁੰਦਾ ਹੈ। ਇਹ ਯਾਦ ਰੱਖਣਾ, 99.9% ਤੱਕ ਲੋਹਾ ਹੁੰਦਾ ਹੈ ਅਤੇ ਇਸ ਵਿੱਚ ਕਾਰਬਨ ਦੀ ਮਾਤਰਾ 0.15% ਤੋਂ ਘੱਟ ਹੁੰਦੀ ਹੈ। ਗਰਮ ਕਰਨ 'ਤੇ ਇਹ ਪਿਘਲਦਾ ਨਹੀਂ ਬਲਕਿ ਨਰਮ ਹੋ ਜਾਂਦਾ। ਗਰਮ ਕਰਨ 'ਤੇ ਪਿਘਲਦਾ ਨਹੀਂ ਹੈਗਾ, ਨਰਮ ਹੋ ਜਾਂਦਾ। ਇਸ ਸਥਿਤੀ ਵਿੱਚ ਇਸ ਨੂੰ ਕਿਸੇ ਵੀ ਆਕ੍ਰਿਤੀ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ। ਜਦੋਂ ਇਹ ਮੁਲਾਇਮ ਹੋ ਜਾਂਦਾ ਫਿਰ ਆਪਾਂ ਨੂੰ ਕਿਸੇ ਵੀ ਸ਼ੇਪ 'ਚ ਢਾਲ ਸਕਦੇ ਹਾਂ। ਇਸ ਦਾ ਪ੍ਰਯੋਗ ਜੰਜੀਰਾਂ ਮਤਲਬ ਸੰਗਲ ਹੋ ਗਏ, ਜਿਹੜੇ ਹੁੱਕ ਹੋ ਗਈਆਂ, ਜਿਵੇਂ ਟਰਾਲੀ ਦੀ ਹੁੱਕ ਹੋ ਗਈ, ਕਰੇਨ ਦੀ ਹੁੱਕ ਹੋ ਗਈ, ਕ੍ਰਿਸ਼ੀ ਔਜ਼ਾਰ, ਜਲਾਉਣ ਦਾ ਬਾਹਰੀ ਭਾਗ, ਕਿੱਲਾਂ, ਨਟ, ਬੋਲਟ ਆਦਿ ਬਣਾਉਣ ਵਿੱਚ ਕੀਤਾ ਜਾਂਦਾ ਹੈ। ਆਮ ਤੌਰ 'ਤੇ ਜਿਹੜੀ ਵਰਤੋਂ ਰੌਟ ਆਇਰਨ ਦੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਰੌਟ ਆਇਰਨ ਬਣਦਾ ਕਿੱਦਾਂ? ਰੌਟ ਆਇਰਨ ਬਣਾਉਣ ਦੇ ਲਈ ਆਪਣੇ ਕੋਲ ਦੋ ਵਿਧੀਆਂ ਨੇ। ਇੱਕ ਹੁੰਦਾ ਪੁਡਿੰਗ ਫਰਨਸ, ਇੱਕ ਹੁੰਦਾ ਐਸਟਨ ਔਰ ਬਾਇਰਸ ਪ੍ਰੋਸੈਸ। ਠੀਕ ਹੈ। ਕੱਚੇ ਲੋਹੇ ਪਿਗ ਆਇਰਨ ਅਤੇ ਵਾਈਟ ਕਾਸਟ ਆਇਰਨ ਲੋਹੇ ਦਾ, ਕੱਚੇ ਲੋਹੇ ਦਾ ਅਤੇ ਵਾਈਟ ਕਾਸਟ ਆਇਰਨ ਲੋਹੇ ਦਾ ਸ਼ੋਧਨ ਕਰਕੇ ਰੌਟ ਆਇਰਨ ਬਣਾਇਆ ਜਾਂਦਾ ਹੈ। ਕੱਚੇ ਲੋਹੇ ਨੂੰ ਸੋਧਨ ਸਿਲੀਕੌਨ ਨੂੰ ਪੂਰੀ ਤਰ੍ਹਾਂ ਫਾਸਫੋਰਸ ਨੂੰ ਬੜੀ ਮਾਤਰਾ ਵਿੱਚ ਹਟਾ ਦਿੰਦਾ। ਜਿਹੜੀ ਸਿਲੀਕੌਨ ਅਤੇ ਫਾਸਫੋਰਸ ਦੇ ਵਿੱਚ ਉਹਨੂੰ ਬੜੀ ਮਾਤਰਾ 'ਚ ਹਟਾ ਦਿੰਦੇ ਆਪਾਂ। ਨਾਲ ਹੀ ਗ੍ਰੇਫਾਈਟ ਨੂੰ ਵੀ ਮਿਕਸ ਕਰਦੇ ਹਾਂ। ਗ੍ਰੇਫਾਈਟ ਹੁੰਦਾ ਜਿਹੜਾ ਤੁਹਾਡਾ ਇੱਕ ਤਰ੍ਹਾਂ ਦਾ ਪਿਓਰ ਕਾਰਬਨ ਦੀ ਫਾਰਮ ਆ, ਉਹਨੂੰ ਵਿੱਚ ਮਿਕਸ ਕੀਤਾ ਜਾਂਦਾ ਇਹਦੇ ਵਿੱਚ। ਇਹ ਪ੍ਰਕਿਰਿਆ ਇੱਕ ਸੰਡੋਲ ਭੱਠੀ ਪਡਿੰਗ ਫਰਨਸ ਵਿੱਚ ਕੀਤੀ ਜਾਂਦੀ ਹੈ। ਹੁਣ ਤੁਹਾਨੂੰ ਮੈਂ ਪਡਿੰਗ ਫਰਨਸ ਬਾਰੇ ਦੱਸਦਾ ਕਿ ਕਿਵੇਂ ਕੰਮ ਕਰਦੀ ਹੈ। ਜਿਵੇਂ ਬਲਾਸਟ ਭੱਠੀ ਦਾ ਸਾਰਾ ਕੁਝ ਮਿਕਸ ਹੁੰਦਾ ਸੀਗਾ, ਵਿੱਚ ਹੀ ਕੋਕ, ਵਿੱਚ ਹੀ ਆਇਰਨ ਔਰ, ਵਿੱਚ ਹੀ ਲਾਈਮਸਟੋਨ, ਪਰ ਇਹ 'ਚ ਉਵੇਂ ਨਹੀਂ ਹੁੰਦਾ। ਇਹ 'ਚ ਇਸ ਜਗ੍ਹਾ 'ਤੇ ਅਲੱਗ ਤੋਂ ਕੋਲਾ ਰੱਖ ਕੇ ਅੱਗ ਲਾਈ ਜਾਂਦੀ ਹੈ, ਹੀਟ ਪ੍ਰੋਡਿਊਸ ਹੁੰਦੀ ਹੈ, ਅਤੇ ਜਿਹੜਾ ਤੁਹਾਡਾ ਵਾਈਟ ਕਾਸਟ ਆਇਰਨ ਜਾਂ ਪਿਗ ਆਇਰਨ ਉਹਨੂੰ ਇੱਥੇ ਰੱਖਿਆ ਜਾਂਦਾ। ਇੱਥੋਂ ਦੀ ਫਾਇਰ ਡੋਰ ਅੱਗ ਲੱਗਦੀ ਆ, ਗਰਮ ਹਵਾ ਆਉਂਦੀ ਹੈ, ਗਰਮ ਹਵਾ ਜਿੱਦਾਂ ਲਾਈਨ ਦਿਖ ਰਹੀ ਤੁਹਾਨੂੰ ਰੈੱਡ ਕਲਰ ਦੀ, ਇੱਥੋਂ ਵੱਜ ਕੇ ਇਹਦੇ ਸਟਰਾਈਕ ਕਰਦੀ ਹੈ। ਮਤਲਬ ਕੋਲਾ ਸਿੱਧਾ ਡਾਇਰੈਕਟ ਕੰਟੈਕਟ 'ਚ ਸਿਰਫ ਹੀਟ ਟੱਚ ਆਉਂਦੀ ਹੈ, ਤਾਂ ਜਿਹਦੇ ਨਾਲ ਇਹ ਗ੍ਰੇਫਾਈਟ ਪੌਂਡ ਹੈ ਜੋ ਕਾਰਬਨ ਜਿਹੜੀ ਉਹ ਨਿਕਲ ਜਾਂਦੀ ਹੈ, ਸਿਲੀਕੋਨ ਨਿਕਲ ਜਾਂਦਾ, ਫਾਸਫੋਰਸ ਨਿਕਲ ਜਾਂਦੀ ਹੈ, ਅਤੇ ਉਹ ਗਰਮ ਗੈਸਾਂ ਇੱਥੋਂ ਦੀ ਬਾਹਰ ਨਿਕਲ ਜਾਂਦੀਆਂ। ਅਤੇ ਇਹ ਨਾ ਬੋਲ ਦੇ ਵਿੱਚ ਬਣਦੀ ਹੈ, ਇੱਕ ਤਰ੍ਹਾਂ ਦਾ ਛੋਟੀਆਂ ਛੋਟੀਆਂ ਬਾਲਸ ਬਣ ਜਾਂਦੇ ਨੇ, ਉਹਨੂੰ ਆਪਾਂ ਇੱਥੋਂ ਹਰਥ 'ਚੋਂ ਬਾਹਰ ਕੱਢ ਲੈਂਦੇ ਹਾਂ। ਇਸ ਤਰ੍ਹਾਂ ਜਿਹੜਾ ਆਪਾਂ ਨੂੰ ਰੌਟ ਆਇਰਨ ਉਹ ਪ੍ਰਾਪਤ ਹੁੰਦਾ। ਫਿਰ ਆ ਜਾਂਦਾ ਆਸਟਨ ਪ੍ਰੋਸੈਸ। ਜ਼ਿਆਦਾ ਡਿਟੇਲ ਲਈ ਤੁਸੀਂ ਨਾ YouTube 'ਤੇ ਕੋਈ ਵੀ ਵੀਡੀਓ ਸਰਚ ਕਰਿਓ ਪਡਿੰਗ ਫਰਨਸ ਦੀ, ਤੁਹਾਨੂੰ ਫਰਨਸ ਦੀ ਵੀਡੀਓ ਮਿਲ ਜੂਗੀ ਵੀ ਉਹ ਕਿੱਦਾਂ ਵਰਕ ਕਰਦੇ ਆ, ਤੁਹਾਨੂੰ ਪੂਰਾ ਕਲੀਅਰ ਹੋ ਜਾਊਗਾ ਜੇ ਇੱਥੇ ਨਹੀਂ ਸਮਝ ਲੱਗ ਰਿਹਾ ਤਾਂ। ਫਿਰ ਆ ਜਾਂਦਾ ਐਸਟਨ ਪ੍ਰੋਸੈਸ। ਇਸ ਪ੍ਰਕਿਰਿਆ ਵਿੱਚ ਲੋਹਾ ਬਣਾਉਣ ਦੀ ਇੱਕ ਪ੍ਰਸਿੱਧ ਵਿਧੀ ਹੈ ਜਿਸ ਵਿੱਚ ਪਿਘਲੇ ਹੋਏ ਕੱਚੇ ਲੋਹੇ ਨੂੰ ਸਟੀਲ ਦੇ ਸਕ੍ਰੈਪ ਨੂੰ ਬੇਸਮਰ ਵਿੱਚ ਰਿਫਾਈਨ ਕੀਤਾ ਜਾਂਦਾ ਹੈ। ਬੇਸਮਰ ਬਾਰੇ ਮੈਂ ਇੱਥੇ ਤੁਹਾਨੂੰ ਪੂਰਾ ਡਿਟੇਲ 'ਚ ਨਹੀਂ ਦੱਸਿਆ, ਠੀਕ ਹੈ, ਇਹ ਵੀ ਤੁਸੀਂ ਵੀਡੀਓ ਦੇਖ ਸਕਦੇ ਹੋ, ਪਰ ਮੈਂ ਤੁਹਾਨੂੰ ਦੱਸ ਦੇਣਾ ਹੁੰਦਾ ਕਿੱਦਾਂ। ਜਿਵੇਂ ਆਪਾਂ ਲੈਂਟਰ ਪਾਉਣ ਵਾਸਤੇ ਇੱਕ ਮਸ਼ੀਨ ਲੈ ਕੇ ਆਉਂਦੇ ਹਾਂ ਜਿਹਦੇ ਵਿੱਚ ਆਪਾਂ ਬਜਰੀ ਵਗੈਰਾ ਮਿਕਸ ਕਰਦੇ ਹਾਂ, ਬਜਰੀ ਸੀਮੈਂਟ, ਉਸ ਤਰ੍ਹਾਂ ਦਾ ਹੁੰਦਾ ਇਹ ਜਿਹੜਾ ਬੇਸਮਰ ਹੁੰਦਾ। ਉੱਪਰੋਂ 'ਚ ਪਿਘਲਿਆ ਹੋਇਆ ਲੋਹਾ ਪਾਉਣੇ ਆ, ਨੀਚੋਂ ਦੀ ਇਹਦੇ ਬਹੁਤ ਗਰਮ ਹਵਾ ਨਿਕਲਦੀ ਹੈ ਜਿਹੜੀ ਕਿ ਅਸ਼ੁੱਧੀਆਂ ਨੂੰ ਵਿੱਚੋਂ ਕੱਢ ਕੇ ਲੈ ਜਾਂਦੀ ਹੈ।
ਤੇ ਉਸੇ ਤਰ੍ਹਾਂ ਹੀ ਜਦੋਂ ਲੋਹੇ 'ਚੋਂ ਅਸ਼ੁੱਧੀਆਂ ਨਿਕਲ ਜਾਂਦੀਆਂ ਨੇ ਤਾਂ ਵਿਸਵਾ ਨੂੰ ਟੇਢਾ ਕਰਕੇ ਆਪਾਂ ਉਹਦੇ ਵਿੱਚੋਂ ਰੌਟ ਆਇਰਨ ਉਹ ਕੱਢ ਸਕਦੇ ਹਾਂ। ਠੀਕ ਹੈ, ਇਸ ਤਰ੍ਹਾਂ ਦੋ ਵਿਧੀਆਂ ਨੇ, ਐਸਟਨ ਤੇ ਪਡਿੰਗ। ਤੇ ਇੱਕ ਯਾਦ ਰੱਖਿਓ, ਜਿਹੜਾ ਲੋਹਾ ਗਾ ਉਹ ਬੋਲਸ ਦੀ ਫਾਰਮ 'ਚ ਪਡਿੰਗ, ਜਿਵੇਂ ਪੁਡਿੰਗ ਹੁੰਦੀ ਆਪਣੀ ਖਾਣ ਵਾਲੀ, ਉਸ ਤਰ੍ਹਾਂ ਦੀ ਫਾਰਮ 'ਚ ਮਿਲਦਾ, ਬੋਲਸ ਦੀ ਫਾਰਮ 'ਚ ਮਿਲਦਾ, ਛੋਟੀ ਛੋਟੀ ਪਡਿੰਗਸ ਦੀ ਫਾਰਮ 'ਚ ਮਿਲਦਾ, ਇਸ ਲਈ ਇਹਨੂੰ ਪਡਿੰਗ ਹੋਲਸ ਕਹਿੰਦੇ ਨੇ, ਪਡਿੰਗ ਫਰਨਸ ਕਹਿੰਦੇ ਆ। ਇਹ ਕੰਪੋਜੀਸ਼ਨ ਹੈ ਜੀ ਰੌਟ ਆਇਰਨ ਦੀ। ਕਾਰਬਨ 0.2 ਤੋਂ 0.03%। ਦੇਖੋ ਕਿੰਨੀ ਪਰਸੈਂਟੇਜ ਘਟ ਗਈ, 99.9% ਲੋਹਾ ਗਾ। ਇਹ ਤੁਹਾਡੀ ਸਾਰੀ ਜਿਹੜੀ ਕੰਪੋਜੀਸ਼ਨ ਹੈ, ਕਾਰਬਨ ਕਿੰਨਾ, ਸਿਲੀਕਨ ਕਿੰਨਾ, ਮੈਗਨੀਜ਼ ਕਿੰਨਾ, ਸਲਫਰ ਕਿੰਨਾ ਤੇ ਫਾਸਫੋਰਸ ਕਿੰਨਾ, ਇਹ ਤੁਸੀਂ ਯਾਦ ਰੱਖ ਲਓ ਤਾਂ ਬਹੁਤ ਵਧੀਆ ਗੱਲ ਹੈ। ਨਹੀਂ, ਘੱਟੋ ਘੱਟ ਕਾਰਬਨ ਜ਼ਰੂਰ ਯਾਦ ਰੱਖਣੀ ਵੀ ਕਿੰਨੀ ਪਰਸੈਂਟੇਜ ਹੁੰਦੀ ਹੈ। ਉਸ ਤੋਂ ਬਾਅਦ ਇਹਦੀਆਂ ਪ੍ਰੋਪਰਟੀਜ਼ ਨੇ ਰੌਟ ਆਇਰਨ ਦੀਆਂ, ਕਿਉਂਕਿ ਮੈਲੇਬਲ ਤੇ ਡਕਟਾਈਲ ਆ, ਇਸ ਲਈ ਇਹਨੂੰ ਆਰਕੀਟੈਕਚਰਲ ਵਰਕ ਵਾਸਤੇ ਹੀ ਵਰਤਿਆ ਜਾਂਦਾ। ਠੀਕ ਹੈ, ਟਫ ਹੈਗਾ, ਟਫਨੈਸ ਜ਼ਿਆਦਾ ਗਈ, ਝੜਕਾ ਸਹਿ ਸਕਦਾ ਗਾ। ਠੀਕ ਹੈ, ਟੈਂਸਾਈਲ ਸਟਰੈਂਥ ਬਹੁਤ ਜ਼ਿਆਦਾ ਗਈ, ਤਾਂ ਇਹਨੂੰ ਆਪਾਂ ਕ੍ਰੇਨ, ਹੁੱਕਾਂ, ਬੋਲਟ, ਨਟ, ਰੇਲਵੇ ਕਪਲਿੰਗ ਬਣਾਉਣ ਵਾਸਤੇ ਵਰਤਿਆ ਜਾਂਦਾ। ਨੋ ਇਫੈਕਟ ਇਨ ਸਾਲਟ ਵਾਟਰ, ਤੇਜ਼ਾਬੀ ਜਿਹੜਾ ਨਮਕੀਨ ਪਾਣੀ ਹੁੰਦਾ ਨੂਣ ਵਾਲਾ, ਉਹਦਾ ਕੋਈ ਫਰਕ ਨਹੀਂ ਪੈਂਦਾ, ਇਸ ਲਈ ਇਹਨੂੰ ਸ਼ਿਪ ਵਗੈਰਾ ਨੂੰ ਬਣਾਉਣ ਵਾਸਤੇ, ਸ਼ਿਪ ਦੀ ਬੋਡੀ ਵਗੈਰਾ ਬਣਾਉਣ ਵਾਸਤੇ ਵੀ ਵਰਤ ਸਕਦੇ ਹਾਂ। ਠੀਕ ਹੈ, ਇਹ 'ਚ ਮੈਗਨੇਟਿਜ਼ਮ ਨਹੀਂ ਰਹਿੰਦਾ, ਚੁੰਬਕੀਕਰਨ ਰਹਿੰਦਾ ਨਹੀਂ ਹੈਗਾ, ਮਤਲਬ ਜਦੋਂ ਤੁਸੀਂ ਚੁੰਬਕ ਲਾਓਗੇ ਤਾਂ ਕੰਮ ਕਰੂਗਾ, ਪਰ ਅੰਦਰ ਨਹੀਂ ਰਹਿੰਦਾ, ਇਸ ਲਈ ਇਹਦੇ ਟੈਂਪਰੇਰੀ ਮੈਗਨੇਟਸ ਬਣਾ ਸਕਦੇ ਹਾਂ, ਜਿਵੇਂ ਡਾਇਨਾਮੋ ਦੇ ਕੋਰ ਹੋ ਗਏ। ਇਹਨੂੰ ਜੰਗਾਲ ਵੀ ਨਹੀਂ ਲੱਗਦਾ, ਕਰੋਜ਼ਨ ਰੈਜ਼ਿਸਟੈਂਸ ਹਾਈ ਹੁੰਦੀ ਆ, ਇਸ ਲਈ ਇਹਨੂੰ ਆਪਾਂ ਐਗਰੀਕਲਚਰ ਇਕਵਿਪਮੈਂਟ ਵਾਸਤੇ ਵਰਤ ਰਹੇ ਹਾਂ। ਠੀਕ ਹੈ, ਇਹਨੂੰ ਫੋਰਜਿੰਗ ਕਰ ਸਕਦੇ, ਇਹਨੂੰ ਕੁੱਟ ਕੇ ਜਿਹੜੀ ਮਰਜ਼ੀ ਸ਼ੇਪ ਦੇ ਸਕਦੇ ਆਪਾਂ। ਠੀਕ ਹੈ, ਤਾਂ ਇਹਨੂੰ ਪਾਈਪ ਜਾਂ ਜਿਹੜੇ ਪਾਈਪ ਦੇ ਫਲੈਂਜ ਹੁੰਦੇ, ਜਿੱਥੇ ਦੋ ਪਾਈਪਾਂ ਨੂੰ ਆਪਾਂ ਜੋੜਦੇ ਹਾਂ ਉਹਨੂੰ ਫਲੈਂਜ ਕਹਿੰਦੇ ਆ, ਉਹ ਆਪਾਂ ਇਹਦੇ ਨਾਲ ਬਣਾ ਸਕਦੇ ਹਾਂ। ਫਿਰ ਆ ਜਾਂਦਾ ਜੀ ਕਲਾਸੀਫਿਕੇਸ਼ਨ ਕੰਟੈਂਟ ਆਫ ਪਲੇਨ ਸਟੀਲ। ਸਟੀਲ ਦੀ ਕੀ ਹੁੰਦੇ ਆ, ਤਿੰਨ ਤਰ੍ਹਾਂ ਦੇ ਸਟੀਲ ਹੁੰਦੇ ਆ। ਲੋ ਕਾਰਬਨ ਸਟੀਲ, ਜਿਹਨੂੰ ਆਪਾਂ ਡੈਡ ਮਾਈਲਡ ਸਟੀਲ ਕਹਿ ਦਿੰਦੇ ਹਾਂ, ਮੀਡੀਅਮ ਕਾਰਬਨ ਸਟੀਲ ਜਿਹੜੇ ਹਰਾ ਐਰੋ ਲੱਗਿਆ ਹੋਇਆ, ਤੇ ਹਾਈ ਕਾਰਬਨ ਸਟੀਲ। ਇਹ 'ਚ ਸਿਰਫ ਤੁਸੀਂ ਇੰਨੀ ਚੀਜ਼ ਯਾਦ ਰੱਖਣੀ ਆ ਵੀ ਪਰਸੈਂਟੇਜ ਆਫ ਕਾਰਬਨ ਕਿੰਨੀ ਹੁੰਦੀ ਹੈ, ਮੇਨ ਸਭ ਤੋਂ ਜਿਹੜੀ ਚੀਜ਼ ਯਾਦ ਰੱਖਣੀ ਹੈ। ਤਾਂ ਡੈਡ ਮਾਈਲਡ ਸਟੀਲ ਦੇ ਵਿੱਚ ਜਿਹੜੀ ਕਾਰਬਨ ਆਫ ਪਰਸੈਂਟੇਜ ਆ ਉਹ 0.1 ਤੋਂ ਲੈ ਕੇ 0.125 ਤੱਕ ਹੁੰਦੀ ਹੈ। ਠੀਕ ਹੈ ਜੀ, ਮੀਡੀਅਮ ਕਾਰਬਨ ਸਟੀਲ ਆ ਜਿਹੜੀ, ਇਹ ਸਾਰੀ ਮੀਡੀਅਮ ਕਾਰਬਨ ਸਟੀਲ ਦੇ ਤਿੰਨ ਪਾਰਟ ਨੇ, ਮਾਈਲਡ ਸਟੀਲ, ਮੀਡੀਅਮ ਕਾਰਬਨ ਸਟੀਲ ਤੇ ਇਹ ਵੀ ਮੀਡੀਅਮ ਕਾਰਬਨ ਸਟੀਲ ਆ, ਪਰ ਇਹਨਾਂ ਦੀ ਵਰਤੋਂ ਅਲੱਗ-ਅਲੱਗ ਆ। ਇੱਧਰ ਸਾਈਡ 'ਤੇ ਵਰਤੋਂ ਲਿਖੀ ਹੋਈ ਹੈ। ਤਾਂ 0.15 ਤੋਂ ਲੈ ਕੇ 0.7% ਤੱਕ ਜਿਹੜੀ ਹੈਗੀ ਆ ਉਹ ਮੀਡੀਅਮ ਕਾਰਬਨ ਸਟੀਲ ਦੀ ਪਰਸੈਂਟੇਜ ਹੈਗੀ। ਕਈ ਵਾਰ ਇਹ 0.125 ਤੋਂ ਵੀ ਕਹਿ ਦਿੰਦੇ ਨੇ, ਇੱਥੋਂ ਸਟਾਰਟਿੰਗ ਕਰ ਲੈਂਦੇ ਆ, 0.125 ਤੋਂ 0.7% ਤੱਕ, ਜਾਂ 0.15 ਤੋਂ 0.7 ਤੱਕ ਕਾਰਬਨ ਦੀ ਪਰਸੈਂਟੇਜ ਹੁੰਦੀ ਆ। ਜਿਵੇਂ 0.15 ਤੋਂ 0.3 ਤੱਕ ਆਪਾਂ ਇਹ ਸੌਫਟ ਡਕਟਾਈਲ ਹੁੰਦਾ, ਇਸ ਲਈ ਇਹਦੀ ਵਰਤੋਂ ਵਰਕਸ਼ਾਪ 'ਚ ਬੋਇਲਰ ਪਲੇਟਾਂ 'ਚ ਵਰਤਦੇ ਹਾਂ। 0.3 ਤੋਂ 0.5% ਤੱਕ ਆਪਾਂ ਤਾਰਾਂ ਬਣਾਉਣੇ ਆ, ਐਗਰੀਕਲਚਰ ਟੂਲ ਬਣਾਉਣੇ ਆ। 0.5 ਤੋਂ 0.7 ਤੱਕ ਆਪਾਂ ਇਹ ਹਾਰਡ ਦੇ ਲੈਸ ਡਕਟਾਈਲ ਹੁੰਦਾ, ਇਸ ਲਈ ਇਹਨੂੰ ਆਪਾਂ ਤਾਰਾਂ, ਹਥੌੜੇ, ਸਨੈਪ ਫਾਰ ਰਿਫਟ, ਜਿੰਨੇ ਤੁਹਾਡੇ ਛੈਣੀਆਂ ਤਾਂ ਚੱਲ ਹਾਰਡ ਹੁੰਦੀਆਂ ਨੇ, ਠੀਕ ਆ, ਉਹ ਚੀਜ਼ਾਂ ਹਥੌੜੇ ਵਗੈਰਾ ਆਪਾਂ ਇਹਦੇ ਨਾਲ ਬਣਾ ਸਕਦੇ ਹਾਂ। ਇਹ ਮੀਡੀਅਮ ਕਾਰਬਨ ਹੁੰਦਾ। ਇਹ ਹਾਈ ਕਾਰਬਨ ਸਟੀਲ ਹੁੰਦਾ, ਜਿਹੜਾ ਕਟਿੰਗ ਵਾਸਤੇ ਕੰਮ ਆਉਂਦਾ, ਜਿਹੜਾ ਮੀਡੀਅਮ ਕਾਰਬਨ ਸਟੀਲ ਨੂੰ ਕਟਿੰਗ ਵਾਸਤੇ ਕੰਮ ਆਉਂਦਾ। ਇਹ ਜਿਹੜੀ ਪਰਸੈਂਟੇਜ ਆਫ ਕਾਰਬਨ ਆ ਉਹ 0.7 ਤੋਂ ਲੈ ਕੇ 1.4% ਤੱਕ ਹੁੰਦੀ ਆ ਹਾਈ ਕਾਰਬਨ ਸਟੀਲ 'ਚ, 0.7 ਤੋਂ 1.4 ਤੱਕ। ਇਹ ਇੱਥੇ ਮੈਂ ਲਿਖਤੇ ਆ, ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਵੀ 0.7 ਤੋਂ 0.9 ਚੀਜ਼ਲ ਵਗੈਰਾ ਬਣਾਉਣ ਦੇ ਕੰਮ ਆਉਂਦਾ, ਜਿਹੜੀਆਂ ਲੱਕੜ ਦੀਆਂ ਛਾਣੀਆਂ ਹੁੰਦੀਆਂ ਨੇ, ਲੱਕੜ ਵਾਸਤੇ ਛਾਣੀਆਂ ਵਰਤੀਆਂ ਜਾਂਦੀਆਂ ਨੇ। 0.9 ਤੋਂ 1.9 ਤੱਕ ਜਿਹੜੇ ਪੰਚ ਬਣਦੇ ਨੇ, ਡਾਟ ਪੰਚ, ਪ੍ਰਿਕ ਪੰਚ, ਉਹ ਸਾਰੇ ਜਾਂ ਕਹਾੜੀਆਂ, ਉਹ ਆਪਾਂ 0.9 ਤੋਂ 1% ਕਾਰਬਨ ਤੱਕ ਦੇ ਬਣਾਉਣੇ ਆ। 1 ਤੋਂ 1.4 ਤੱਕ ਜਿਹੜੇ ਮੈਟਲ ਕਟਿੰਗ ਟੂਲ ਨੇ, ਜਿਵੇਂ ਡਰਿੱਲ ਹੋ ਗਏ, ਡਰਿੱਲ ਬਿੱਟ ਹੋ ਗਏ, ਠੀਕ ਹੈ, ਤੁਹਾਡੇ ਹੈਂਡ ਐਕਸਾ ਬਲੇਡ ਹੋ ਗਿਆ, ਇਹ ਸਾਰੇ ਆਪਾਂ 1.1 ਤੋਂ 1.4% ਤੱਕ ਬਣਾਉਣੇ ਆ। ਤਾਂ ਤੁਸੀਂ ਯਾਦ ਰੱਖਣਾ, ਕਾਰਬਨ ਪਰਸੈਂਟ ਲੋ 'ਚ 0.1 ਤੋਂ 0.125, ਮੀਡੀਅਮ 'ਚ 0.15 ਤੋਂ 0.7, ਹਾਈ ਕਾਰਬਨ 'ਚ 0.7 ਤੋਂ 1.4% ਤੱਕ। ਉਸ ਤੋਂ ਬਾਅਦ ਆ ਜਾਂਦੇ ਨੇ ਨਾਨ ਫੈਰਸ ਮੈਟਲ, ਜਿਨ੍ਹਾਂ ਵਿੱਚ ਲੋਹਾ ਨਹੀਂ ਹੁੰਦਾ। ਉਹ ਧਾਤੂ ਜਿਨ੍ਹਾਂ ਵਿੱਚ ਲੋਹੇ ਦੀ ਮਾਤਰਾ ਮੌਜੂਦ ਨਹੀਂ ਹੁੰਦੀ, ਉਹਨਾਂ ਧਾਤੂ ਨੂੰ ਆਪਾਂ ਕਹਿੰਦੇ ਆ ਨਾਨ ਫੈਰਸ ਮੈਟਲ, ਜਿਵੇਂ ਤਾਂਬਾ, ਐਲੂਮੀਨੀਅਮ, ਜ਼ਿੰਕ, ਪਿੱਤਲ, ਕਾਂਸੀ, ਚਾਂਦੀ, ਸੋਨਾ,
ਇਹ ਸਾਰੇ ਨਾਨ ਫੈਰਸ ਮੈਟਲ ਨੇ। ਇਹਨਾਂ 'ਚ ਚੁੰਬਕੀ ਕਿਰਿਆ ਨਹੀਂ ਹੁੰਦੀ, ਚੁੰਬਕ ਨਹੀਂ ਹੁੰਦਾ ਇਹਨਾਂ ਵਿੱਚ, ਚੁੰਬਕੀਕਰਨ ਨਹੀਂ ਹੁੰਦਾ। ਜੇ ਚੁੰਬਕੀਕਰਨ ਉਹਨਾਂ ਸਿਰਫ ਉਹਨਾਂ 'ਚ ਹੁੰਦਾ ਜਿਨ੍ਹਾਂ 'ਚ ਲੋਹਾ ਹੁੰਦਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤਾਂਬੇ ਦੀ। ਤਾਂਬਾ ਖਾਨਾਂ ਵਿੱਚੋਂ ਧਾਤ ਦੇ ਰੂਪ ਵਿੱਚ, ਓਰ ਦੇ ਰੂਪ ਵਿੱਚ ਨਿਕਲਦਾ ਹੈ। ਕਿਹੜੀ ਓਰ ਹੁੰਦੀ ਹੈ? ਮੈਲੇਆਈਟ। ਮੈਲੇਆਈਟ ਇੱਕ ਕੱਚੀ ਧਾਤ ਆ ਜਿਸ 'ਚ 55% ਕਾਪਰ ਹੁੰਦਾ ਗਾ, ਉਹਦੇ ਵਿੱਚੋਂ ਆਪਾਂ ਤਾਂਬਾ ਕੱਢਦੇ ਹਾਂ। ਜੋ ਇਹ ਜਿਵੇਂ ਲੋਹੇ ਦੀ ਆਇਰਨ ਓਰ ਸੀ ਉਵੇਂ ਹੀ ਹੁੰਦੀ ਆ, ਬਹੁਤ ਸ਼ੁੱਧੀਆਂ ਰਲੀਆਂ ਹੁੰਦੀਆਂ, ਜੋ ਲੋਹਾ ਵੀ ਹੁੰਦਾ ਇਸ 'ਚ, ਠੀਕ ਹੈ। ਵਿੱਚ ਹੋਰ ਮਟੀਰੀਅਲ ਮੈਗਨੀਸ਼ੀਅਮ, ਸਲਫਰ, ਸਿਲੀਕੋਨ, ਰੇਤਾ, ਬਹੁਤ ਕੁਛ ਹੁੰਦਾ। ਉਹਦੇ ਵਿੱਚੋਂ ਆਪਾਂ ਪਰ 55% ਕਾਪਰ ਹੁੰਦਾ, ਉੱਥੋਂ ਆਪਾਂ ਮੈਲੇਨਾਈਟ 'ਚੋਂ ਆਪਾਂ ਜਿਹੜਾ ਕਾਪਰ ਕੱਢਦੇ ਹਾਂ। ਇਸ ਧਾਤ ਦਾ ਕਾਪਰ ਪਾਇਰਾਈਟ, ਇੱਕ ਧਾਤ ਹੁੰਦੀ ਹੈ ਕਾਪਰ ਪਾਇਰਾਈਟ ਔਰ ਇੱਕ ਹੁੰਦੀ ਹੈ ਮੈਲੇਆਈਟ, ਦੋ ਹੁੰਦੀਆਂ ਨੇ। ਇਸ ਵਿੱਚ 32% ਤਾਂਬਾ ਹੁੰਦਾ ਹੈ। ਕਾਪਰ ਪਾਇਰਾਈਟ 'ਚ 32% ਤਾਂਬਾ ਹੁੰਦਾ, ਮੈਲੇਆਈਟ 'ਚ 55% ਤਾਂਬਾ ਹੁੰਦਾ। ਦੋ ਕੱਚੀਆਂ ਧਾਤਾਂ ਨੇ ਇਹਦੀਆਂ, ਅਤੇ ਬਾਕੀ ਸਾਰੀਆਂ ਅਸ਼ੁੱਧੀਆਂ ਹੁੰਦੀਆਂ ਹਨ। ਸਭ ਤੋਂ ਪਹਿਲਾਂ ਇਸ ਧਾਤ ਵਿੱਚੋਂ ਕੋਈ ਅਸ਼ੁੱਧੀਆਂ ਦੂਰ ਕਰ ਦਿੱਤੀਆਂ ਜਾਂਦੀਆਂ ਹਨ, ਜਿਵੇਂ ਧੋ ਕੇ ਰੇਤਾ ਵਗੈਰਾ ਦਾ ਉਦੋਂ ਨਿਕਲ ਜਾਂਦਾ, ਅਤੇ ਜਿਹੜੀਆਂ ਬਾਕੀ ਸ਼ੁੱਧੀਆਂ ਨੇ ਉਹ ਆਪਾਂ ਫਰਨਸ 'ਚੋਂ ਕੱਢਦੇ ਹਾਂ। ਜਿਵੇਂ ਆਪਾਂ ਬਲਾਸਟ ਭੱਟੀ ਵਰਤੀ ਸੀ, ਉਸੇ ਤਰ੍ਹਾਂ ਕਾਪਰ ਵਾਸਤੇ ਆਪਾਂ ਇਹਨਾਂ ਦੀ ਕੈਮੀਕਲ ਰਿਡਕਸ਼ਨ ਕਰਨੀ ਪੈਂਦੀ ਹੈ। ਇਸ ਤੋਂ ਬਾਅਦ ਇਸ ਨੂੰ ਬਲਾਸਟ ਫਰਨ ਵਿੱਚ ਪਿਘਲਾ ਕੇ ਸਾਫ਼ ਕਰ ਲਿਆ ਜਾਂਦਾ ਹੈ। ਤਾਂਬੇ ਦੇ ਗੁਣ ਕੀ ਨੇ? ਐਡਵਾਂਟੇਜ ਕੀ ਹੈ? ਤਾਂਬਾ ਲਾਲ ਰੰਗ ਦਾ ਹੁੰਦਾ ਹੈ, ਇਸ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ। ਤਾਂਬਾ ਅਰਥਾਤ ਸੰਰਚਨਾ ਵਿੱਚ ਦਾਣੇਦਾਰ ਹੁੰਦੀ ਹੈ, ਪਰੰਤੂ ਤਾਂਬੇ ਦੇ ਪੁਰਜੇ ਫੋਰਜ ਜਾਂ ਰੋਲ ਕੀਤੇ ਹੁੰਦੇ ਹਨ, ਠੀਕ ਹੈ। ਜਿਵੇਂ ਮਰਜ਼ੀ ਆਪਾਂ ਤਾਂਬੇ ਨੂੰ ਕੁੱਟ ਕੇ ਚੀਜ਼ਾਂ ਬਣਾ ਸਕਦੇ ਹਾਂ ਜਾਂ ਉਹਨੂੰ ਰੋਲ ਕਰ ਸਕਦੇ ਹਾਂ, ਠੀਕ ਹੈ। ਤਾਂਬਾ ਸਚਾਲਕ ਹੁੰਦਾ ਹੈ ਅਤੇ ਨਰਮ ਹੁੰਦਾ ਹੈ। ਇਹਦੇ ਵਿੱਚ ਦੀ ਕਰੰਟ ਅਤੇ ਤਾਪ ਦੋਨੇ ਪਾਸ ਹੋ ਜਾਂਦੇ ਨੇ। ਸਚਾਲਕ ਹੁੰਦਾ ਹੈ ਅਤੇ ਨਰਮ ਹੁੰਦਾ, ਇਸ ਲਈ ਇਸ ਦਾ ਪ੍ਰਯੋਗ ਸ਼ੀਟਾਂ ਅਤੇ ਬਿਜਲੀ ਦੀਆਂ ਤਾਰਾਂ ਬਣਾਉਣ ਲਈ ਕੀਤਾ ਜਾਂਦਾ ਹੈ। ਤਾਂਬਾ ਤਾਪ ਦਾ ਵੀ ਵਧੀਆ ਸਚਾਲਕ ਹੈ, ਮਤਲਬ ਹੀਟ ਵੀ ਪਾਸ ਹੋ ਜਾਂਦੀ ਹੈ, ਇਸ ਲਈ ਅਤੇ ਜੰਗ ਰੋਧਕ ਹੈ। ਇਸ ਲਈ ਇਸ ਦਾ ਵਰਤੋਂ ਬੋਇਲਰ, ਫਾਇਰ ਬਾਕਸ, ਗਰਮ ਪਾਣੀ ਕਰਨ ਦੇ ਉਪਕਰਨ, ਪਾਣੀ ਦੀਆਂ ਪਾਈਪਾਂ, ਠੀਕ ਹੈ। AC ਵਗੈਰਾ ਦੀ ਦੇਖੋਗੇ ਤੁਸੀਂ, ਅਗਰ ਉਹ ਵੀ ਰੇਡੀਏਟਰ, ਜਿਹੜੇ AC ਦੇ ਉੱਪਰ ਕੰਡੈਂਸਰ ਹੁੰਦਾ ਉਹ ਵੀ ਕਾਪਰ ਦੇ ਹੁੰਦੇ ਆ। ਰੇਡੀਏਟਰ ਹੋ ਗਏ ਕਾਰਾਂ ਦੇ, ਬੱਸਾਂ ਦੇ, ਉਹ ਵੀ ਕਾਪਰ ਦੇ ਹੁੰਦੇ ਆ, ਠੀਕ ਹੈ। ਭਾਂਡੇ ਵੀ ਬਣਾਏ ਜਾਂਦੇ ਨੇ। ਤਾਂਬੇ ਦਾ ਪਿਘਲਾਊ ਅੰਕ 1083 ਡਿਗਰੀ ਸੈਲਸੀਅਸ ਹੁੰਦਾ ਹੈ। 1083 ਦਾ ਜਿਹੜਾ ਤਾਂਬਾ ਉਹ ਪਿਘਲਦਾ ਗਾ। ਇਸ ਲਈ ਇਸ ਦਾ ਪ੍ਰਯੋਗ ਸ਼ੋਲਡਰਿੰਗ ਆਇਰਨ ਬਣਾਉਣ ਵਿੱਚ ਵੀ ਕੀਤਾ ਜਾਂਦਾ ਹੈ। ਜਿਹੜਾ ਸ਼ੋਲਡਰਿੰਗ ਆਇਰਨ ਹੁੰਦਾ, ਜਿਹਦੇ ਨਾਲ ਤੁਸੀਂ ਟਾਂਕੇ ਲਾਉਣੇ ਹੋ, ਕਾਵੀਆ ਕਹਿੰਦੇ ਨੇ, ਰੇਡੀਓ ਦੇ, TV ਦੇ ਆਪਾਂ ਟਾਂਕੇ ਲਾਉਣੇ ਆ, ਉਹਨੂੰ ਕਹਿੰਦੇ ਨੇ ਸ਼ੋਲਡਰਿੰਗ ਆਇਰਨ, ਉਹਦਾ ਬਣਾਉਣ 'ਚ ਇਹਦਾ ਪ੍ਰਯੋਗ ਕੀਤਾ ਜਾਂਦਾ ਹੈ। ਤਾਂਬਾ ਮੋੜਨ 'ਤੇ ਜਲਦੀ ਨਹੀਂ ਟੁੱਟਦਾ, ਇਸ ਲਈ ਇਸ ਨੂੰ ਹੈਮਰਿੰਗ ਜਾਂ ਰੋਲਿੰਗ ਕਰਕੇ ਵਧਾਇਆ ਜਾ ਸਕਦਾ ਹੈ। ਤਾਂਬੇ ਦੇ ਅਲੋਏ, ਦੋ ਮੁੱਖ ਤਾਂਬੇ ਦੇ ਅਲੋਏ ਨੇ। ਇੱਕ ਹੁੰਦਾ ਬਰੌਂਜ, ਜਿਹਨੂੰ ਕੰਸ ਕਹਿ ਦਿੰਦੇ ਆ। ਕੰਸ ਦੇ ਭਾਂਡੇ ਵੀ ਆਪਣੇ ਆਉਂਦੇ ਹੁੰਦੇ ਸੀ ਪਹਿਲਾਂ, ਬਹੁਤ ਪੁਰਾਣੇ ਭਾਂਡੇ, ਕੰਸ 'ਚ ਭਾਂਡੇ ਵਰਤੇ ਜਾਂਦੇ ਸੀ। ਇਹ ਤਾਂਬੇ ਅਤੇ ਟਿਨ ਦਾ ਮਿਸ਼ਰਣ ਹੁੰਦਾ ਹੈ। ਕਾਪਰ ਹੁੰਦਾ 88% ਅਤੇ ਟਿਨ ਹੁੰਦਾ 12%। ਇਹ ਤੁਸੀਂ ਯਾਦ ਰੱਖਣੀ ਹੈ ਗੱਲ, ਕਾਪਰ 88% ਅਤੇ ਟਿਨ 12%। ਇਸ ਵਿੱਚ ਕਈ ਵਾਰ ਫਾਸਫੋਰਸ, ਲੈਡ ਅਤੇ ਸਿਲੀਕੋਨ ਵੀ ਮਿਲਾਇਆ ਜਾਂਦਾ ਹੈ। ਇਹ ਲੋਹ ਧਾਤੂ ਨਾਨ ਫੈਰਸ ਮੈਟਲ ਹੈ। ਜ਼ਿੰਕ ਅਤੇ ਜਸਤੇ ਨੂੰ ਵੀ ਮਿਲਾਉਣ ਲਈ ਤਿਆਰ ਹੋਣ ਵਾਲੇ ਕਾਂਸੇ ਦੀ ਧਾਤ ਵਿੱਚ ਵਿਸ਼ੇਸ਼ ਗੁਣ, ਵਿਸ਼ੇਸ਼ ਰੰਗਾਂ ਦੀ ਰੇਂਜ ਨਾਲ ਪੀਲੇ ਤੱਕ ਬਦਲੀ ਜਾ ਸਕਦੀ ਹੈ। ਮੇਨ ਧਾਤਾਂ 'ਚ ਹੁੰਦੀਆਂ ਕਾਪਰ ਅਤੇ ਟਿਨ, ਠੀਕ ਹੈ। ਪਰ ਕਈ ਵਾਰ ਇਹਦੇ ਵਿੱਚ ਆਪਾਂ ਫਾਸਫੋਰਸ, ਸਿਲੀਕੋਨ, ਜ਼ਿੰਕ ਵੀ ਆਪਾਂ ਐਡ ਕਰ ਦਿੰਦੇ ਹਾਂ ਥੋੜ੍ਹਾ ਬਹੁਤ। ਕਾਂਸੇ ਦਾ ਪਿਘਲਾਊ ਅੰਕ 1005 ਡਿਗਰੀ ਸੈਲਸੀਅਸ ਹੁੰਦਾ ਹੈ, ਠੀਕ ਹੈ। ਕਾਂਸ ਤੋਂ ਭਾਵ ਪਿੱਤਲ ਤੋਂ ਜ਼ਿਆਦਾ ਕਠੋਰ ਹੈ। ਇਹ ਪਿੱਤਲ ਤੋਂ, ਬਰਾਸ ਤੋਂ ਜ਼ਿਆਦਾ ਕਠੋਰ ਹੁੰਦਾ, ਠੀਕ ਹੈ ਜੀ। ਇਹ ਬਰੌਂਜ ਹੁੰਦਾ, ਜਿਹੜਾ ਕਿ ਤਾਂਬੇ ਅਤੇ ਟਿਨ ਦਾ ਮਿਕਸਚਰ ਹੁੰਦਾ। 12% ਟਿਨ ਅਤੇ 88% ਤਾਂਬਾ ਹੁੰਦਾ ਇਹਦੇ ਵਿੱਚ। ਕਿੱਥੇ ਵਰਤਿਆ ਜਾਂਦਾ? ਇਸ ਦਾ ਪ੍ਰਯੋਗ ਰੇਡੀਏਟਰ ਬਣਾਉਣ ਦੇ ਵਾਸਤੇ, ਰੇਡੀਏਟਰ ਦੀ ਕੋਰ, ਪਾਣੀ ਦੇ ਨਾਲ, ਠੀਕ ਹੈ। ਘਰੇਲੂ ਬਰਤਨ ਹੁੰਦੇ ਸੀ, ਤੁਹਾਨੂੰ ਪਹਿਲਾਂ ਦੱਸਿਆ ਵੀ ਭਾਂਡੇ ਬਣਾਉਂਦੇ ਕੰਸ ਦੇ ਪਹਿਲਾਂ ਆਉਂਦੇ ਹੁੰਦੇ ਸੀ। ਬੁਸ਼ ਬਣਦੇ ਨੇ ਬਰਾਸ ਦੇ, ਬੈਰਿੰਗ ਆਦਿ ਬਣਾਉਣ ਦਾ ਕੰਮ ਇਸ ਦੇ ਨਾਲ ਆਪਾਂ ਕੀਤਾ ਜਾਂਦਾ। ਇਸ ਦਾ ਪ੍ਰਯੋਗ ਗੈਸ ਵੈਲਡਿੰਗ ਦੇ ਲਈ ਵੀ ਕੀਤਾ ਜਾ ਸਕਦਾ ਹੈ, ਠੀਕ ਹੈ ਜੀ। ਇਹ ਬਰਾਸ ਦੀ ਗੱਲ ਕਰਦੇ ਹਾਂ। ਬਰਾਸ ਜਿਹਨੂੰ ਪਿੱਤਲ ਕਹਿੰਦੇ ਆ। ਬਰਾਸ ਤੇ ਬਰੌਂਜ 'ਚ ਫਰਕ ਹੈ। ਕੰਸ ਹੁੰਦਾ, ਇਹ ਪਿੱਤਲ ਹੁੰਦਾ, ਠੀਕ ਹੈ। ਇਸ ਵਿੱਚ ਕਾਪਰ 65% ਹੁੰਦਾ ਅਤੇ ਜ਼ਿੰਕ 35% ਹੁੰਦਾ ਹੈ। ਇਹ ਕਾਪਰ ਅਤੇ ਜ਼ਿੰਕ ਦਾ ਮਿਕਸਚਰ ਹੁੰਦਾ, ਜਿਹੜਾ ਪਿੱਤਲ ਹੁੰਦਾ। ਜਿਹੜਾ ਕੰਸ ਹੁੰਦਾ ਬਰੌਂਜ, ਉਹ ਕਾਪਰ ਅਤੇ ਟਿਨ ਦਾ ਹੁੰਦਾ। ਇਹ ਜ਼ਰੂਰ ਯਾਦ ਰੱਖਿਆ ਪਰਸੈਂਟੇਜ ਤੁਸੀਂ, 65% ਕਾਪਰ ਅਤੇ 35% ਜ਼ਿੰਕ।
ਉਸ ਤੋਂ ਬਾਅਦ ਲੈਡ, ਸ਼ੀਸ਼ਾ ਜਿਹਨੂੰ ਕਹਿੰਦੇ, ਸ਼ੀਸ਼ਾ ਉਹ ਨਹੀਂ ਜਿਹਦਾ ਮੂੰਹ ਦੇਖਦੇ ਆ, ਇਹ ਇੱਕ ਮਟੀਰੀਅਲ ਹੁੰਦਾ ਲੈਡ। ਅੱਗੇ ਦੱਸਦਾ ਕੀ ਹੁੰਦਾ। ਸ਼ੀਸ਼ੇ ਦਾ ਮੁੱਖ ਪ੍ਰਯੋਗ ਹੋਣ ਵਾਲਾ ਅਲੋਹ ਧਾਤੂ ਨਾਨ ਫੈਰਸ ਮੈਟਲ ਹੈ। ਸ਼ੀਸ਼ਾ ਧਾਤ ਔਰ ਦੇ ਰੂਪ ਵਿੱਚ ਉਪਲਬਧ ਹੁੰਦਾ ਹੈ। ਇਸ ਦਾ ਰੰਗ ਬਲੂਇਸ਼ ਗ੍ਰੇ ਸਫੇਦ, ਮਤਲਬ ਗ੍ਰੇ ਨੀਲਾ ਜਿਹਾ ਭਮਕ ਮਾਰਦੀ ਹੈ ਗ੍ਰੇ ਦੇ ਵਿੱਚੋਂ। ਇਸ ਦਾ ਆਪਣਾ ਗਲੈਨਾ ਔਰ ਹੁੰਦਾ ਹੈ ਜਿਸ ਤੋਂ ਆਪਾਂ ਸ਼ੀਸ਼ੇ ਨੂੰ ਪ੍ਰਾਪਤ ਕਰਦੇ ਹਾਂ। ਗੈਲੀਨਾ ਇਹਦੀ ਔਰ ਆ ਗਈ, ਜਿਵੇਂ ਆਇਰਨ ਔਰ ਸੀਗੀ ਜਾਂ ਆਪਾਂ ਪਹਿਲਾਂ ਡਿਸਕਸ ਕੀਤੇ ਨੇ ਆਹ ਵਾਲੇ ਮੈਲੇਆਈਟ, ਕਾਪਰ ਪਾਈਰਾਈਟ, ਇਹਦੀ ਆਪਦੀ ਧਾਤ ਕੀ ਹੈ ਗੈਲੀਨਾ, ਜਿਸ ਚੋਂ ਇਹ ਲੈਡ ਨਿਕਲਦਾ ਗਾ। ਸ਼ੀਸ਼ਾ ਬਹੁਤ ਭਾਰੀ ਵਸਤੂ ਹੈ, ਕਾਫੀ ਹੈਵੀ ਹੁੰਦਾ। ਇਹ ਨਰਮ ਅਤੇ ਗੁੱਡ ਰੈਜ਼ਿਸਟੈਂਸ ਟੂ ਕਰੋਜ਼ਨ ਹੈ। ਇਹ ਨਰਮ ਵੀ ਹੁੰਦਾ ਅਤੇ ਰੈਜ਼ਿਸਟੈਂਸ ਟੂ ਕਰੋਜ਼ਨ ਮਤਲਬ ਜਗਾੜ ਨਹੀਂ ਲੱਗਦੀ ਹੈਗੀ, ਉਹ ਵੀ ਇਹ ਪ੍ਰੋਪਰਟੀ ਇਹਦੀ ਇੱਕ। ਸ਼ੀਸ਼ੇ ਵਿੱਚ ਪ੍ਰਤੀਰੋਧ ਦੇ ਗੁਣ ਬੜੇ ਚੰਗੇ ਹੁੰਦੇ ਹਨ ਅਤੇ ਇਹ ਨਿਊਕਲੀਅਰ ਰੇਡੀਏਸ਼ਨ ਦਾ ਵਧੀਆ ਕੁਚਾਲਕ ਹੁੰਦਾ ਹੈ। ਜਿਹੜੀਆਂ ਨਿਊਕਲੀਅਰ ਰੇਡੀਏਸ਼ਨ, ਨਿਊਕਲੀਅਰ ਕਿਰਨਾਂ ਹੁੰਦੀਆਂ ਨੇ, ਉਹਦਾ ਵਧੀਆ ਕੁਚਾਲਕ ਆ, ਉਹ ਇਹਦੇ ਵਿੱਚ ਦੀ ਪਾਸ ਨਹੀਂ ਹੁੰਦੀਆਂ। ਜਿੱਥੇ ਆਪਾਂ ਨਿਊਕਲੀਅਰ ਰੇਡੀਏਸ਼ਨ ਦਾ ਖਤਰਾ ਹੋਵੇ ਉੱਥੇ ਆਪਾਂ ਲੈਡ ਦੀ ਜਿਹੜੀ ਹੈਗੀ ਆ ਦੀਵਾਰ ਬਣਾਉਣ ਵਿੱਚ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਪ੍ਰਯੋਗ ਲੈਡ ਬਣਾਉਣ ਵਿੱਚ ਵੀ ਕੀਤਾ ਜਾਂਦਾ ਹੈ। ਇਸ ਦਾ ਪ੍ਰਯੋਗ ਪਿਘਲਾਊ ਅੰਕ 327 ਡਿਗਰੀ ਸੈਲਸੀਅਸ ਹੁੰਦਾ ਹੈ। 327 ਡਿਗਰੀ 'ਤੇ ਜਿਹੜਾ ਲੈਡ ਆ ਉਹ ਪਿਘਲ ਜਾਂਦਾ। ਇਸ ਦਾ ਪ੍ਰਯੋਗ ਬੈਟਰੀ ਸੈੱਲ, ਬੰਦੂਕ ਦੀਆਂ ਗੋਲੀਆਂ, ਪਾਈਪ, ਟਿਊਬ, ਚਾਦਰ ਆਦਿ ਬਣਾਉਣ ਵਿੱਚ ਵੀ ਕੀਤਾ ਜਾਂਦਾ ਹੈ। ਟਿਨ ਨੂੰ ਇਸ ਦੇ ਨਾਲ ਮਿਲਾਉਣ ਦੇ ਲਈ ਸ਼ੋਲਡਰ ਤਿਆਰ ਹੁੰਦਾ ਹੈ। ਤੁਹਾਨੂੰ ਦੱਸਦਾ ਵੀ ਲੈਡ ਲੱਗਿਆ ਕਿੱਥੇ ਹੁੰਦਾ। ਇਹ ਜਿਹੜੇ ਪੁਆਇੰਟ ਨੇ ਨਾ ਬੈਟਰੀ ਦੇ, ਆਹ ਵਾਲੇ ਤੁਸੀਂ ਦੇਖ ਰਹੇ ਹੋ, ਇਹ ਦੋਨੇ ਲੈਡ ਦੇ ਬਣੇ ਹੁੰਦੇ ਨੇ। ਆਹ ਵਾਲੇ ਪੋਜ਼ਿਟਿਵ ਨੈਗੇਟਿਵ ਟਰਮੀਨਲ ਆ ਬੈਟਰੀ ਦਾ, ਇਹ ਜਿਹੜਾ ਮਟੀਰੀਅਲ ਹੁੰਦਾ ਇਹ ਲੈਡ ਹੁੰਦਾ। ਕਿਉਂਕਿ ਕਰੋਜ਼ਨ ਰੈਜ਼ਿਸਟੈਂਸ ਜ਼ਿਆਦਾ ਗਈ ਤਾਂ ਇਹ ਸਲਫਿਊਰਿਕ ਐਸਿਡ ਵਿੱਚ ਡੁੱਬਿਆ ਹੋਇਆ ਹੈਗਾ, ਤਾਂ ਇਹਨੂੰ ਕੋਈ ਫਰਕ ਨਹੀਂ ਪੈਂਦਾ, ਜਗਾੜ ਨਹੀਂ ਲੱਗਦੀ ਇਹਨੂੰ। ਠੀਕ ਹੈ, ਇਹ ਹੁੰਦਾ ਲੈਡ। ਉਸ ਤੋਂ ਬਾਅਦ ਜ਼ਿੰਕ। ਜ਼ਿੰਕ ਤੋਂ ਭਾਵ ਕੈਮੇਲਾਈਨ ਅਤੇ ਬਲੈਂਡ ਔਰ। ਕੈਲਮੇਲਾਈਨ ਅਤੇ ਬਲੈਂਡ ਇਹ ਦੋ ਇਹਦੀਆਂ ਔਰ ਹੁੰਦੀਆਂ, ਨੀਚੇ ਦੇਖੋ ਤੁਸੀਂ। ਠੀਕ ਹੈ, ਜਿੱਥੋਂ ਇਹ ਪ੍ਰਾਪਤ ਹੁੰਦਾ ਜ਼ਿੰਕ। ਇਸ ਨੂੰ ਭੱਠੀ ਵਿੱਚ ਪਿਘਲਾ ਕੇ ਸ਼ੁੱਧ ਤਿਆਰ ਕੀਤਾ ਜਾਂਦਾ ਹੈ। ਇਸ ਉੱਤੇ ਜੰਗ ਦਾ ਪ੍ਰਭਾਵ ਵੀ ਨਹੀਂ ਪੈਂਦਾ, ਜ਼ਿੰਕ ਨੂੰ ਜਗਾੜ ਨਹੀਂ ਲੱਗਦੀ ਹੈਗੀ। ਉਲਟਾ ਇਹ ਜੰਗਾਲ ਬਚਾਉਣ ਲਈ ਆਪਾਂ ਜ਼ਿੰਕ ਦੀ ਵਰਤੋਂ ਕਰਦੇ ਹਾਂ। ਜਸਤੇ ਨੂੰ ਗਰਮ ਕਰਨ 'ਤੇ ਇਹ ਭੰਗੂਰ ਅਤੇ ਨਰਮ ਹੋ ਜਾਂਦਾ ਹੈ। ਇਸ ਦੀ ਸੰਚਾਰਨਾ ਦਾਣੇਦਾਰ ਹੁੰਦੀ ਹੈ। ਗੈਲਵਨਾਈਜ਼ਿੰਗ ਆਇਰਨ ਸ਼ੀਟ ਨੂੰ ਜੰਗ ਰੋਧੀ ਬਣਾਉਣ ਲਈ ਇਸ ਉੱਪਰ ਜ਼ਿੰਕ ਦੀ ਕੋਟਿੰਗ ਕੀਤੀ ਜਾਂਦੀ ਹੈ, ਜਿਹਨੂੰ ਤੁਸੀਂ ਜਿਸਤੀ ਸ਼ੀਟ ਕਹਿ ਦਿੰਦੇ ਹੋ। ਤੁਸੀਂ ਆਮ ਤੌਰ ਸ਼ੀਟ ਮੈਟਲ ਸਾਰਿਆਂ ਨੇ ਕੰਮ ਕੀਤਾ ਹੋਣਾ, ਤੁਸੀਂ ਕੀਪ ਵਗੈਰਾ ਬਣਾਈਆਂ ਨੇ, ਸ਼ੀਟ ਮੈਟਲ ਟਰੇ ਵਗੈਰਾ ਬਣਾਈ ਆ। ਜਿਹੜੀ ਜਿਸਤੀ ਸ਼ੀਟ ਹੁੰਦੀ ਆ ਉਹ ਇਹ ਹੁੰਦੀ ਹੈ ਗੈਲਵਨਾਈਜ਼ਿੰਗ ਆਇਰਨ। ਲੋਹੇ ਦੀ ਸ਼ੀਟ ਦੇ ਉੱਤੇ ਗੈਲਵਨਾਈਜ਼ਿੰਗ ਕਰਕੇ ਆਇਰਨ ਜ਼ਿੰਕ ਚੜ੍ਹਿਆ ਹੁੰਦਾ। ਗੈਲਵਨਾਈਜ਼ਿੰਗ ਪ੍ਰੋਸੈਸ ਹੈਗਾ, ਛੋਟੇ ਹੁੰਦੇ 9ਵੀਂ 10ਵੀਂ ਕਲਾਸ 'ਚ ਪੜ੍ਹਿਆ ਹੋਣਾ ਵੀ ਉਹਦੀ ਪਰਤ ਚੜ੍ਹੀ ਜਾਂਦੀ ਆ ਕਰੰਟ ਦੇ ਕੇ, ਸਲਫਿਊਰਿਕ ਘੋਲ ਦੇ ਵਿੱਚ ਪਾ ਕੇ ਪਰਤ ਚਾੜ੍ਹਨ ਨੂੰ ਗੈਲਵਨਾਈਜ਼ਿੰਗ ਕਹਿੰਦੇ ਆ। ਉਹ ਜਿਸਤੀ ਸ਼ੀਟ ਹੁੰਦੀ ਆ, ਤਾਂ ਹੀ ਉਹਨੂੰ ਕਹਿੰਦੇ ਜਿਸਤੀ ਸ਼ੀਟ, ਕਿਉਂਕਿ ਜ਼ਿੰਕ ਉਹਦੀ ਬਣੀ ਹੁੰਦੀ ਅੱਧੀ। ਇਹ ਜੰਗ ਰੋਧਕ ਹੈ। ਜੰਗ ਤੋਂ ਬਚਾਉਣ ਲਈ ਸਟੀਲ ਦੇ ਉੱਤੇ ਵੀ ਪਰਤ ਚੜ੍ਹੀ ਜਾਂਦੀ ਹੈ। ਜਿਹੜਾ ਤੁਸੀਂ ਪੇਂਟ ਮਾਰਦੇ ਹੋ ਨਾ ਸਟੀਲ ਦੇ ਉੱਤੇ, ਗੇਟ ਦੇ ਉੱਪਰ ਰੰਗ ਕਰਦੇ ਹੋ, ਉਹ ਉਹਦੇ ਵਿੱਚ ਚਾਦਰ ਜ਼ਿੰਕ ਹੁੰਦਾ। ਜਿੰਨਾ ਚਿਰ ਰੰਗ ਰਹੂਗਾ ਤਾਂ ਹੀ ਉਹਨਾਂ ਚਿਰ ਉਹਨੂੰ ਜਗਾੜ ਨਹੀਂ ਲੱਗਦੀ ਹੈਗੀ। ਠੀਕ ਹੈ, ਜਿਹੜੀ ਉਹ ਰੰਗ ਹੈਗਾ ਪੇਂਟ ਆ ਉਹ 'ਤੇ ਜ਼ਿੰਕ ਹੀ ਹੁੰਦਾ ਆਮ ਤੌਰ 'ਤੇ। ਠੀਕ ਹੈ, ਜੰਗ ਤੋਂ ਬਚਾਉਣ ਦੇ ਲਈ ਸਟੀਲ ਦੀ ਪਰਤ 'ਤੇ ਕੋਟਿੰਗ ਚੜ੍ਹਾਉਣ ਦਾ ਸਮਾਨ ਪ੍ਰਯੋਗ ਕਰਨ ਵਾਲਾ ਧਾਤੂ ਹੈ। ਜਿਵੇਂ ਸਟੀਲ ਦੀ ਬਾਲਟੀ ਗੈਲਵਨਾਈਜ਼ਿੰਗ ਕਰਦੀ ਆਪਾਂ, ਉਹਨੂੰ ਵੀ ਵੇਖੋ ਫਿਰ ਜਗਾੜ ਨਹੀਂ ਲੱਗਦੀ ਹੈਗੀ ਵੀ ਆਪਾਂ ਉਹਦੇ ਪਰਤ ਚਾੜ੍ਹਦੀ। ਜਿਹੜਾ ਰੰਗ ਹੁੰਦਾ ਉਹ ਵੀ ਇੱਕ ਤਰ੍ਹਾਂ ਦਾ ਜ਼ਿੰਕ ਹੀ ਹੁੰਦਾ ਜ਼ਿਆਦਾਤਰ। ਇਸ 'ਤੇ ਜਲਵਾਯੂ ਦਾ ਪ੍ਰਭਾਵ ਨਹੀਂ ਪੈਂਦਾ, ਇਸ ਲਈ ਇਹ ਛੜਾਂ ਦੇ ਸ਼ੀਟਾਂ ਬਣਾਉਣ ਦਾ ਕੰਮ ਵੀ ਉਸ 'ਤੇ ਵੀ ਇਹਦੀ ਪਰਤ ਜਿਹੜੀ ਚੜ੍ਹਾ ਦਿੱਤੀ ਜਾਂਦੀ ਜ਼ਿੰਕ ਦੀ, ਤਾਂ ਜੋ ਉਹਨੂੰ ਜਗਾੜ ਨਾ ਲੱਗੇ। ਮਤਲਬ ਸਿੱਧੀ ਗੱਲ ਸਪਸ਼ਟ ਇਹ ਆ ਵੀ ਲੋਹੇ ਨੂੰ ਬਚਾਉਣ ਲਈ ਆਪਾਂ ਉਹਦੇ ਉੱਪਰ ਜ਼ਿੰਕ ਦੀ ਪਰਤ ਚੜ੍ਹਾਉਣੇ। ਕਿਸ ਤੋਂ ਮਿਲਦਾ ਹੈ? ਕੈਲਮਾਈਨ ਅਤੇ ਬਲੈਂਡ, ਦੋ ਇਹਦੀਆਂ ਔਰ ਨੇ ਕੱਚੀਆਂ ਧਾਤਾਂ ਨੇ ਜਿੱਥੋਂ ਇਹ ਪ੍ਰਾਪਤ ਹੁੰਦਾ। ਉਸ ਤੋਂ ਬਾਅਦ ਟਿਨ ਅਤੇ ਟਿਨ ਅਲਾਈ। ਇਸ ਦਾ ਰੰਗ ਟਿਨ ਚਾਂਦੀ ਰੰਗ ਹੁੰਦਾ ਹੈ, ਸਫੇਦ। ਇਸ ਦਾ ਭਲਾਓ ਅੰਕ ਬਹੁਤ ਘੱਟ ਹੁੰਦਾ, 231 ਡਿਗਰੀ ਸੈਲਸੀਅਸ। ਜਦੋਂ ਆਪਾਂ ਜਿਹੜੀ ਸ਼ੋਲਡਰਿੰਗ ਕਰਦੇ ਹਾਂ ਨਾ, ਟਾਂਕੇ ਲਾਉਣੇ ਆ, ਅਤੇ ਉਹ ਤਾਰ ਵਰਤੀ ਜਾਂਦੀ ਆ, ਉਹ ਤੁਹਾਡੀ ਟਿਨ ਦੀ ਹੁੰਦੀ ਹੈ ਬਣੀ ਹੋਈ। ਠੀਕ ਹੈ, ਇਹ ਕੈਸਟੀਰਾਈਟ ਜਾਂ ਟਿਨ ਸਟੋਨ ਨਾਮਕ ਧਾਤ ਤੋਂ ਮਤਲਬ ਕੱਚੀ ਧਾਤ ਤੋਂ ਮਿਲਦਾ। ਕੈਸਟੀਰਾਈਟ ਨੀਚੇ ਦੇਖੋ ਆਹ ਲਿਖਿਆ ਹੋਇਆ, ਕੈਸਟੀਰਾਈਟ ਜਾਂ ਟਿਨ ਸਟੋਨ
ਦੋ ਇਹਦੀਆਂ ਮੇਨ ਓਰ ਨੇ, ਕੱਚੀਆਂ ਧਾਤਾਂ ਨੇ ਜਿੱਥੋਂ ਇਹ ਪ੍ਰਾਪਤ ਹੁੰਦਾ। ਟਿਨ ਸਟੋਨ ਨੂੰ ਭੱਠੀ ਵਿੱਚ ਗਰਮ ਕਰਕੇ ਸ਼ੁੱਧ ਟਿਨ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਨਰਮ ਅਤੇ ਉਪਯੋਗ ਹਾਈ ਕਰੋਜ਼ਨ ਰੈਜ਼ਿਸਟੈਂਸ ਹੁੰਦਾ ਹੈ, ਮਤਲਬ ਇਹਨੂੰ ਜਗਾੜ ਨਹੀਂ ਲੱਗਦੀ ਹੈਗੀ, ਕਰੋਜ਼ਨ ਨਹੀਂ ਹੁੰਦੀ ਇਹਦੀ। ਇਹ ਮੈਲੇਬਲ ਅਤੇ ਟੈਂਸਾਈਲ ਹੁੰਦਾ ਹੈ, ਇਹਨੂੰ ਕੁੱਟ ਕੇ ਜਿਵੇਂ ਮਰਜ਼ੀ ਤੁਸੀਂ, ਠੀਕ ਹੈ, ਇਹਦੀ ਚਾਦਰਾਂ ਬਣਾ ਸਕਦੇ ਹੋ ਅਤੇ ਖਿੱਚ ਕੇ ਤਾਰਾਂ ਬਣਾ ਸਕਦੇ ਹੋ। ਮੈਲੇਬਲ ਅਤੇ ਟੈਂਸਾਈਲ ਹੁੰਦਾ। ਇਸ ਦਾ ਪ੍ਰਯੋਗ ਖਾਣਾ ਖਾਣ ਵਾਲੇ ਬਰਤਨਾਂ ਦੀ ਪਰਤ ਕੋਟਿੰਗ ਲਈ ਕੀਤੀ ਜਾਂਦੀ ਹੈ। ਜਿਹੜੇ ਭਾਂਡੇ, ਜਿਵੇਂ ਤੁਸੀਂ ਪਹਿਲਾਂ ਦੇਖੇ ਹੋਵੋਗੇ, ਭਾਂਡੇ ਕਲੀ ਕਰਦੇ ਹੁੰਦੇ ਸੀਗੇ ਪੁਰਾਣੇ ਪਿੰਡਾਂ 'ਚ, ਪਿੱਤਲ ਦੇ ਭਾਂਡੇ ਉਹ ਕਲੀ ਕਰਾਉਂਦੇ ਹੁੰਦੇ ਸੀ, ਤਾਂ ਉਹਦੇ ਉੱਪਰ ਨਾ ਕੋਟਿੰਗ ਕਰਦੇ ਨੇ ਟਿਨ ਦੀ ਉੱਤੇ। ਉਹ ਗਰਮ ਕਰਕੇ ਪਿੱਤਲ ਦੇ ਭਾਂਡੇ ਨੂੰ ਉੱਤੇ ਅੰਦਰਲੇ ਪਾਸੇ ਟਿਨ ਦੀ ਲੇਅਰ ਚੜ੍ਹਾਉਂਦੇ ਸੀ ਗਰਮ ਕਰਕੇ। ਜੋ ਭਾਂਡੇ ਹੁੰਦੇ ਸੀ ਪਿੰਡਾਂ 'ਚ ਪਹਿਲਾਂ ਹੁੰਦੇ, ਭਾਂਡੇ ਕਲੀ ਕਰਾ ਲਓ, ਉੱਥੋਂ ਮਤਲਬ ਉਹ ਚੀਜ਼ ਹੁੰਦੀ ਸੀ, ਉਹ ਟਿਨ ਦੀ ਕੋਟਿੰਗ ਕਰਦੇ ਹੁੰਦੀ ਭਾਂਡਿਆਂ ਦੀ ਕੋਟਿੰਗ ਕਰਦੇ ਆ ਦੀ ਟਿਨ ਦੀ ਆਪਾਂ, ਠੀਕ ਹੈ। ਇਸ ਨੂੰ ਰੋਲਿੰਗ ਅਤੇ ਹੈਮਰਿੰਗ ਦੁਆਰਾ ਪਤਲੀਆਂ ਚਾਦਰਾਂ ਦੇ ਰੂਪ ਵਿੱਚ ਵੀ ਪਰਿਵਰਤਿਤ ਕੀਤਾ ਜਾਂਦਾ ਹੈ। ਅਲਾਏ ਦੇ ਰੂਪ ਵਿੱਚ ਟਿਨ ਅਤੇ ਤਾਂਬੇ ਨਾਲ ਮਿਲ ਕੇ ਪਿੱਤਲ ਬਣਾਇਆ ਜਾਂਦਾ ਹੈ। ਪਿੱਤਲ ਨਹੀਂ, ਸੌਰੀ, ਗਲਤ ਲਿਖਿਆ ਗਿਆ, ਬਰਾਸ, ਕੰਸ ਬਣਾਇਆ ਜਾਂਦਾ, ਕੰਸ। ਟਿਨ ਅਤੇ ਤਾਂਬੇ ਨੂੰ ਮਿਕਸ ਕਰਕੇ ਕੰਸ ਬਣਦਾ, ਪਿੱਤਲ ਨਹੀਂ ਬਣਦਾ, ਕੰਸ ਬਣਦਾ। ਅਤੇ ਲਾਸਟ ਦਾ ਜਿਹੜਾ ਆਪਣਾ ਰਹਿ ਗਿਆ ਉਹ ਹੈ ਐਲੂਮੀਨੀਅਮ। ਐਲੂਮੀਨੀਅਮ ਵੀ ਇੱਕ ਨੋਨ ਫੈਰਸ ਮੈਟਲ ਹੈ। ਇਸ ਦੇ ਧਾਤੂ ਬਕਸਾਈਟ ਅਤੇ ਕ੍ਰੈਮੇਲਾਈਟ ਹੁੰਦੇ ਨੇ। ਨੀਚੇ ਦੇਖੋ, ਬਕਸਾਈਟ ਔਰ ਲਿਖਣਾ ਸੀ, ਮੈਂ ਆਪ ਲਿਖ ਲਿਆ, ਬੌਕਸਾਈਟ ਔਰ ਕ੍ਰੈਮੇਲਾਈਟ ਦੋਨਾਂ ਕੱਚੀਆਂ ਧਾਤਾਂ ਨੇ ਜਿੱਥੋਂ ਇਹ ਐਲੂਮੀਨੀਅਮ ਪ੍ਰਾਪਤ ਹੁੰਦਾ ਆਪਾਂ ਨੂੰ, ਠੀਕ ਹੈ। ਐਲੂਮੀਨੀਅਮ ਸਫੇਦ ਭੂਰੇ ਰੰਗ ਦਾ ਹੁੰਦਾ ਹੈ। ਇਸ ਦਾ ਭਲੋ ਅੰਕ 660 ਡਿਗਰੀ ਸੈਲਸੀਅਸ ਹੁੰਦਾ ਹੈ। ਇਹ ਨਰਮ ਅਤੇ ਟੈਂਸਾਈਲ ਹੁੰਦਾ ਹੈ, ਇਹਨੂੰ ਖਿੱਚ ਕੇ ਵੀ ਇਹਦੀਆਂ ਤਾਰਾਂ ਬਣਾਈਆਂ ਜਾ ਸਕਦੀਆਂ ਨੇ, ਅਤੇ ਨਰਮ ਹੁੰਦਾ। ਤੁਸੀਂ ਦੇਖਿਆ ਐਲੂਮੀਨੀਅਮ ਕਿੰਨਾ ਨਰਮ ਹੁੰਦਾ। ਐਲੂਮੀਨੀਅਮ ਦਾ ਪ੍ਰਯੋਗ ਹਵਾਈ ਜਹਾਜ਼ ਉਦਯੋਗ ਅਤੇ ਫੈਬਰੀਕੇਸ਼ਨ ਦੇ ਕਾਰਜਾਂ ਵਿੱਚ ਬਹੁਤ ਪ੍ਰਯੋਗ ਕੀਤਾ ਜਾਂਦਾ ਹੈ। ਹਵਾਈ ਜਹਾਜ਼ ਦੀ ਬਾਡੀ ਬਣਾਉਣ ਦੇ ਲਈ, ਜਾਂ ਤੁਸੀਂ ਅੱਜ ਕੱਲ੍ਹ ਜਿਹੜਾ ਐਲੂਮੀਨੀਅਮ ਦਾ ਤੁਸੀਂ ਦੇਖ ਰਹੇ ਹੋ ਜਗਾਠਾਂ ਬਣਦੀਆਂ ਨੇ, ਗੇਟ ਬਣਦੇ ਆ, ਫੈਬਰੀਕੇਸ਼ਨ ਵਰਕ ਹੁੰਦਾ, ਉੱਥੇ ਬਹੁਤ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਬਹੁਤ ਹਲਕਾ ਹੁੰਦਾ ਹੈ ਅਤੇ ਘਰੇਲੂ ਉਪਕਰਨ ਜਿਵੇਂ ਬਿਜਲੀ ਦੀਆਂ ਤਾਰਾਂ, ਦੁੱਧ ਦੀਆਂ ਬੋਤਲਾਂ ਦੇ ਢੱਕਣ, ਦੁੱਧ ਦੇ ਢੋਲ, ਉੱਥੇ ਬਣਾਉਣ 'ਚ ਇਹਦਾ ਕੰਮ ਕੀਤਾ ਜਾਂਦਾ ਹੈ। ਤਾਂ ਇਸ ਵੀਡੀਓ ਵਿੱਚ ਇੰਨਾ ਸੀਗਾ। ਵੀਡੀਓ ਦੇਖਣ ਲਈ